ਅੱਜ ਆਪਾਂ ਕਰਾਂਗੇ ਅਲਕੋਹਲ ਦਾ ਥਰਡ ਪਾਰਟ। ਮੈਥਡਸ ਆਫ ਪ੍ਰੈਪਰੇਸ਼ਨ ਆਪਾਂ ਕਰ ਰਹੇ ਸੀਗੇ, ਉਹਨਾਂ ਦੇ ਵਿੱਚੋਂ ਆਪਾਂ ਐਲਡੀਹਾਈਡ ਅਤੇ ਕੀਟੋਨ ਵਾਲੀਆਂ ਕਰ ਲਈਆਂ ਸੀ। ਅੱਗੇ ਸੀ ਕਾਰਬੋਕਸਿਲਿਕ ਐਸਿਡ ਅਤੇ ਐਸਟਰਸ। ਹੁਣ ਆਪਾਂ ਅੱਗੇ ਉਹ ਕੰਟੀਨਿਊ ਕਰਨੇ ਆ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਉਂਦਾ ਕਾਰਬੋਕਸਿਲਿਕ ਐਸਿਡ। ਕਾਰਬੋਕਸਿਲਿਕ ਐਸਿਡਸ ਨੇ ਜਿਹੜੇ ਆਪਾਂ ਨੂੰ ਪਤਾ RC ਡਬਲ ਬੌਂਡ OOH, ਠੀਕ ਹੈ। ਇਹਨਾਂ ਤੋਂ ਆਪਾਂ ਜਿਹੜਾ ਹੈ ਕਿਵੇਂ ਆਪਾਂ ਐਲਕੋਹਲਸ ਬਣਾ ਸਕਦੇ ਹਾਂ। ਇਹਨਾਂ ਤੋਂ ਐਲਕੋਹਲ ਬਣਾਉਣ ਦੇ ਦੋ ਮੈਥਡ ਨੇ। ਪਹਿਲਾ ਮੈਥਡ ਹੈਗਾ ਜਿਹੜਾ ਲੀਥੀਅਮ ਐਲੂਮੀਨੀਅਮ। ਸਭ ਤੋਂ ਪਹਿਲਾਂ ਨਾ ਇਹ ਗੱਲ ਯਾਦ ਰੱਖਿਓ, ਸਭ ਤੋਂ ਪਹਿਲਾਂ ਤਾਂ ਵੀ ਜਿਹੜੇ ਇਹ ਨਾ ਇੱਕ ਚੇਨ ਹੈ, ਠੀਕ ਹੈ। ਐਲਕੋਹਲ, ਐਲਡੀਹਾਈਡ ਅਤੇ ਕਾਰਬੋਕਸਿਲਿਕ ਐਸਿਡ ਦੀ। ਐਲਕੋਹਲ ਤੋਂ ਜੇ ਆਪਾਂ ਆਕਸੀਡੇਸ਼ਨ ਕਰਦੇ ਹਾਂ ਐਲਡੀਹਾਈਡ ਜਾਂ ਕੀਟੋਨ ਬਣਦੇ ਆ। ਜੇ ਉਹਦੀ ਫਰਦਰ ਆਕਸੀਡੇਸ਼ਨ ਕਰਦੇ ਹਾਂ ਤਾਂ ਕਾਰਬੋਕਸਿਲਿਕ ਐਸਿਡਸ ਬਣਦੇ ਨੇ, ਠੀਕ ਹੈ। ਇਸੇ ਤਰ੍ਹਾਂ ਹੀ ਇਹਦਾ ਉਲਟਾ ਵੀ ਹੋਊਗਾ। ਆਕਸੀਡੇਸ਼ਨ ਦਾ ਉਲਟਾ ਹੁੰਦਾ ਰਿਡਕਸ਼ਨ। ਤਾਂ ਜੇ ਆਪਾਂ ਕਾਰਬੋਕਸਿਲਿਕ ਐਸਿਡ ਦੀ ਰਿਡਕਸ਼ਨ ਕਰਦੇ ਹਾਂ ਤਾਂ ਉਹ ਤੋਂ ਐਲਡੀਹਾਈਡ ਜਾਂ ਕੀਟੋਨ ਬਣਨਗੇ। ਜੇ ਫਰਦਰ ਰਿਡਕਸ਼ਨ ਕਰਦੇ ਹਾਂ ਤਾਂ ਉਹਨਾਂ ਤੋਂ ਐਲਕੋਹਲਸ ਬਣਨਗੇ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ। ਐਲਕੋਹਲ, ਐਲਡੀਹਾਈਡ ਅਤੇ ਕਾਰਬੋਕਸਿਲਿਕ ਐਸਿਡ, ਠੀਕ ਹੈ। ਜੇ ਆਕਸੀਡੇਸ਼ਨ ਕਰਨੀ ਹੈ, ਜੇ ਰਿਡਕਸ਼ਨ ਕਰਨੀ ਹੈ ਤਾਂ ਕਾਰਬੋਕਸਿਲਿਕ ਐਸਿਡ, ਐਲਡੀਹਾਈਡ ਅਤੇ ਉਸ ਤੋਂ ਬਾਅਦ ਐਲਕੋਹਲਸ ਬਣਨਗੇ, ਠੀਕ ਹੈ। ਹੁਣ ਦੂਸਰੀ ਚੀਜ਼, ਕਿਉਂਕਿ ਆਪਾਂ ਐਲਡੀਹਾਈਡਸ ਹੀ ਬਣਾਉਣੇ ਆ ਇਹਦੇ ਵਿੱਚ ਪਹਿਲਾਂ, ਉਸ ਤੋਂ ਬਾਅਦ ਫਿਰ ਐਲਕੋਹਲਸ ਬਣਨਗੇ, ਤਾਂ ਇਹਦਾ ਸਭ ਤੋਂ ਪਹਿਲਾ ਮੈਥਡ ਹੈ ਜਿਹੜਾ ਉਹ ਹੋਊਗਾ ਲੀਥੀਅਮ ਐਲੂਮੀਨੀਅਮ ਹਾਈਡਰਾਈਡਸ ਦੇ ਨਾਲ, ਠੀਕ ਹੈ। ਹੁਣ ਆਪਾਂ ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀ ਵੀ ਜਿਹੜਾ ਦੋ ਹੁੰਦੇ ਨੇ LiAlH4 ਅਤੇ NaBH4, ਸੋਡੀਅਮ ਬੋਰੋਹਾਈਡਰਾਈਡ ਅਤੇ ਲੀਥੀਅਮ ਐਲੂਮੀਨੀਅਮ ਹਾਈਡਰਾਈਡ। ਹੁਣ ਜਿਹੜਾ ਲੀਥੀਅਮ ਐਲੂਮੀਨੀਅਮ ਹਾਈਡਰਾਈਡ ਹੈ ਇਹ ਜਿਹੜਾ ਹੈ ਇਹ ਸਟਰੋਂਗ ਹੁੰਦਾ ਗਾ, ਮਤਲਬ ਸਟਰੋਂਗ ਰਿਡਿਊਸਿੰਗ ਏਜੰਟ ਹੁੰਦਾ, ਬਹੁਤ ਜ਼ਿਆਦਾ ਐਕਟਿਵ ਹੁੰਦਾ ਗਾ, ਠੀਕ ਹੈ। ਇਸ ਕਰਕੇ ਸਾਰੇ ਗਰੁੱਪਸ ਨੂੰ, ਆਲਮੋਸਟ ਸਾਰੇ ਗਰੁੱਪਸ ਨੂੰ ਜਿਹੜਾ ਹੈ ਉਹ ਰਿਡਿਊਸ ਕਰ ਦਿੰਦਾ ਗਾ। ਪਰ ਜਿਹੜਾ ਸੋਡੀਅਮ ਬੋਰੋਹਾਈਡਰਾਈਡ ਹੁੰਦਾ ਉਹ ਨਹੀਂ ਕਰਦਾ, ਉਹ ਸਿਲੈਕਟਿਵ ਹੁੰਦਾ, ਘੱਟ ਰਿਐਕਟਿਵ ਹੁੰਦਾ, ਠੀਕ ਹੈ। ਤਾਂ ਇੱਥੇ ਆਪਾਂ ਕਾਰਬੋਕਸਿਲਿਕ ਐਸਿਡਸ ਨੂੰ ਸਿਰਫ ਲੀਥੀਅਮ ਐਲੂਮੀਨੀਅਮ ਹਾਈਡਰਾਈਡ ਦੇ ਨਾਲ ਹੀ ਆਪਾਂ ਰਿਡਿਊਸ ਕਰ ਸਕਦੇ ਹਾਂ। ਜਿਹੜਾ ਸੋਡੀਅਮ ਬੋਰੋਹਾਈਡਰਾਈਡ ਹੈ ਉਹਦੇ ਨਾਲ ਆਪਾਂ ਇਸ ਨੂੰ ਰਿਡਿਊਸ ਨਹੀਂ ਕਰ ਸਕਦੇ, ਕਿਉਂਕਿ ਉਹ ਬਹੁਤ ਹੀ ਘੱਟ ਰਿਐਕਟਿਵ ਹੁੰਦਾ ਅਤੇ ਕਾਰਬੋਕਸਿਲਿਕ ਐਸਿਡ ਨੂੰ ਰਿਡਿਊਸ ਨਹੀਂ ਕਰਦਾ। ਸੇਮ ਕੇਸ ਹੈ ਜਿਹੜਾ ਉਹ ਐਸਟਰਸ ਦੇ ਵਿੱਚ ਹੋਊਗਾ। ਐਸਟਰਸ ਦੇ ਵਿੱਚ ਵੀ ਲੀਥੀਅਮ ਐਲੂਮੀਨੀਅਮ ਹਾਈਡਰਾਈਡ ਹੀ ਰਿਡਿਊਸ ਕਰੂਗਾ, ਸੋਡੀਅਮ ਬੋਰੋਹਾਈਡਰਾਈਡ ਹੈ ਜਿਹੜਾ ਉਹ ਨਹੀਂ ਰਿਡਿਊਸ ਕਰੂਗਾ। ਹੁਣ ਜਦੋਂ ਆਪਾਂ ਰਿਐਕਸ਼ਨ ਦੇਖਦੇ ਹਾਂ, ਰਿਐਕਸ਼ਨ ਦੇ ਵਿੱਚ ਹੋਊਗਾ ਕਿ RC ਡਬਲ ਬੌਂਡ OH, ਠੀਕ ਹੈ। ਤਾਂ ਐਲਕੋਹਲ ਕੀ ਹੁੰਦਾ RCH2OH, OH ਗਰੁੱਪ ਪਹਿਲਾਂ ਹੀ ਹੈਗਾ, ਤਾਂ C ਡਬਲ ਬੌਂਡ O ਗਰੁੱਪ ਹੈ ਜਿਹੜਾ ਉਹਦਾ CH2 ਗਰੁੱਪ ਬਣ ਜੂਗਾ, ਮਤਲਬ ਰਿਮੂਵਲ ਆਫ ਆਕਸੀਜਨ ਅਤੇ ਗੇਨ ਆਫ ਹਾਈਡਰੋਜਨ, ਠੀਕ ਹੈ। ਦੋ ਚੀਜ਼ਾਂ ਹੋਣਗੀਆਂ ਇਹਦੇ ਵਿੱਚ, ਤਾਂ ਆਕਸੀਜਨ ਰਿਮੂਵ ਹੋਊਗੀ, ਇੱਕ ਹਾਈਡਰੋਜਨ ਦਾ ਮੋਲੀਕਿਊਲ ਹੈ ਜਿਹੜਾ, ਮਤਲਬ ਦੋ ਹਾਈਡਰੋਜਨਸ ਨੇ ਜਿਹੜੀਆਂ ਉਹ ਐਡ ਹੋਣਗੀਆਂ, ਠੀਕ ਹੈ। OH ਗਰੁੱਪ ਜੇ ਦੇਖੀਏ ਤਾਂ ਇਸ ਐਜ਼ ਇਟ ਇਜ਼ ਹੀ ਰਹਿ ਜੂਗਾ। ਉਸ ਤੋਂ ਬਾਅਦ ਅਗਲੀ ਜੇ ਇਹਦੀ ਐਗਜ਼ਾਮਪਲ ਦੇਖੀਏ CH3COOH ਐਸਿਟਿਕ ਐਸਿਡ ਤੋਂ ਇਥੇਨੋਲ ਬਣੂਗਾ, ਠੀਕ ਹੈ, ਰਿਡਕਸ਼ਨ ਕਰਕੇ। ਉਸ ਤੋਂ ਬਾਅਦ ਆ ਜਿਹੜੀ ਐਗਜ਼ਾਮਪਲ ਹੈ ਇਹਨੂੰ ਤੁਸੀਂ ਖੁਦ ਕਰਨਾ, ਠੀਕ ਹੈ। PDF ਜਦੋਂ ਮੈਂ ਅਪਲੋਡ ਕਰੂੰਗਾ ਉਹਦੇ ਵਿੱਚ ਸੋਲਵ ਕਰਕੇ ਪਾ ਦੂੰਗਾ। ਹੁਣ ਨੈਕਸਟ ਹੈ ਮਕੈਨਿਜ਼ਮ ਦੇ ਵਿੱਚ ਕੀ ਹੁੰਦਾ ਗਾ, ਜਿਹੜਾ ਆਪਾਂ ਨੂੰ ਪਤਾ ਵੀ ਜਦੋਂ ਲੀਥੀਅਮ ਐਲੂਮੀਨੀਅਮ ਹਾਈਡਰਾਈਡ ਰਿਐਕਟ ਕਰਦਾ ਕਿਸੇ ਨਾਲ ਵੀ, ਇਹ ਪਹਿਲਾਂ ਤਾਂ ਆਪਣੇ ਆਪ ਆਇਓਨਾਈਜ਼ ਹੁੰਦਾ, Li ਪੋਜ਼ੀਟਿਵ ਬਣਦਾ, AlH4 ਨੈਗੇਟਿਵ ਬਣਦਾ। ਪਹਿਲੀ ਆਇਓਨਾਈਜੇਸ਼ਨ ਰਿਐਕਸ਼ਨ ਤਾਂ ਇਹਦੀ ਖੁਦ ਦੀ ਹੁੰਦੀ ਆ। ਉਸ ਤੋਂ ਬਾਅਦ ਜਦੋਂ ਇਹ ਆਇਓਨਾਈਜ਼ ਹੋ ਗਿਆ, ਆਇਓਨਾਈਜ਼ ਹੋਣ ਤੋਂ ਬਾਅਦ ਕੀ ਹੋਊਗਾ ਇਹਦੇ ਵਿੱਚ, ਸਭ ਤੋਂ ਪਹਿਲਾਂ ਤਾਂ ਹੁਣ ਐਸਿਡਸ ਨੇ ਜਿਹੜੇ, ਠੀਕ ਹੈ। ਹੁਣ ਜਦੋਂ ਐਸਿਡ ਆਪਾਂ ਕਰਨੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਐਸਿਡਸ ਦੇ ਵਿੱਚੋਂ ਹਾਈਡਰੋਜਨ ਕੱਢਣੀ ਹੈ, ਮਤਲਬ ਆਇਓਨਾਈਜ਼ ਕਰਨੀ ਹੈ ਹਾਈਡਰੋਜਨ, ਜਿਹੜੀ ਆ ਹਾਈਡਰੋਜਨ, ਠੀਕ ਹੈ। ਜੇ ਆਇਓਨਾਈਜ਼ ਹੋ ਗਈ ਆਕਸੀਜਨ ਦੇ ਆ ਜਾਊਗਾ ਨੈਗੇਟਿਵ ਚਾਰਜ ਅਤੇ ਉਹ ਰਿਐਕਟਿਵ ਹੋ ਜਾਊਗਾ, ਠੀਕ ਹੈ, ਈਜ਼ੀਲੀ ਰਿਐਕਟ ਕਰ ਜੂਗਾ। ਜੇ ਹਾਈਡਰੋਜਨ ਹੈਗੀ ਆ ਤਾਂ ਘੱਟ ਰਿਐਕਟਿਵ ਹੋਊਗਾ, ਉਹ ਥੋੜ੍ਹਾ ਜਿਹਾ ਘੱਟ ਰਿਐਕਟਿਵ ਹੋਊਗਾ, ਈਜ਼ੀਲੀ ਰਿਐਕਟ ਨਹੀਂ ਕਰੂਗਾ। ਸਭ ਤੋਂ ਪਹਿਲਾਂ ਆਪਾਂ ਹਾਈਡਰੋਜਨ ਕੱਢਣੀ ਹੈ। ਜਦੋਂ ਇਹਦੇ ਨਾਲ ਮਤਲਬ ਇਹਦੇ ਕੰਟੈਕਟ 'ਚ ਆਊਗਾ ਤਾਂ ਲੀਥੀਅਮ 1 ਪੋਜ਼ੀਟਿਵ ਹੁੰਦਾ, ਹਾਈਡਰੋਜਨ ਵੀ 1 ਪੋਜ਼ੀਟਿਵ ਹੁੰਦਾ, ਤਾਂ ਉਹਨੂੰ ਰਿਪਲੇਸ ਕਰ ਦੂਗਾ। ਇਹਦਾ ਕੋਵਲੈਂਟ ਬੌਂਡ ਸੀ, ਲੀਥੀਅਮ ਨੇ ਆਇਨਿਕ ਬੌਂਡ ਬਣਾ ਲਿਆ, H2, ਠੀਕ ਹੈ। ਇੱਥੋਂ ਇੱਕ ਗਈ H ਹਾਈਡਰਾਈਡ, ਇੱਥੋਂ H ਪੋਜ਼ੀਟਿਵ ਆ, H2 ਬਣ ਗਿਆ ਅਤੇ AlH3 ਰਹਿ ਗਿਆ। ਹੁਣ ਨੈਕਸਟ ਸਟੈਪ ਹੈ ਜਿਹੜਾ ਉਹਦੇ ਵਿੱਚ ਕੀ ਹੋਊਗਾ, ਜਿਹੜਾ AlH3 ਬਣਿਆ, ਠੀਕ ਹੈ। ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਮਕੈਨਿਜ਼ਮ ਨੇ, ਤੁਸੀਂ ਬੁੱਕ ਵਾਲਾ ਨਹੀਂ ਕਰਨਾ ਮਕੈਨਿਜ਼ਮ, ਇਹੀ ਕਰਨਾ ਜੋ ਮੈਂ ਕਰਵਾ ਰਿਹਾ, ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਿਓ। ਸਭ ਤੋਂ ਪਹਿਲਾਂ ਨਿਊਕਲੀਓਫਿਲਿਕ ਅਟੈਕ ਹੋਊਗਾ। ਜਿਹੜੇ ਕਿਤਾਬਾਂ ਵਾਲੇ ਨੇ ਉਹ ਲੀਥੀਅਮ ਐਲੂਮੀਨੀਅਮ ਹਾਈਡਰਾਈਡ ਨਾਲ ਹੀ ਅਟੈਕ ਕਰਵਾਈ ਜਾਂਦੇ ਨੇ, ਪਰ ਉੱਥੇ ਲੀਥੀਅਮ ਐਲੂਮੀਨੀਅਮ ਹਾਈਡਰਾਈਡ ਨਾਲ ਅਟੈਕ ਨਹੀਂ ਹੋਣਾ, ਕਿਉਂਕਿ ਜਦੋਂ ਆ ਪਿਆ ਤਾਂ ਆਪਾਂ ਨਵਾਂ ਮੋਲੀਕਿਊਲ ਕਿਉਂ ਵਰਤੀਏ। AlH3 ਹੈ, ਠੀਕ ਹੈ। AlH3 ਹੈ ਜਿਹੜਾ ਉਹ ਕਾਰਬਨ ਦੇ ਉੱਪਰ ਇੱਥੋਂ ਅਟੈਕ ਕਰੂਗਾ, ਠੀਕ ਹੈ। ਅਤੇ ਉੱਥੋਂ ਕਾਰਬਨ ਦੇ ਬਣ ਗਏ 5 ਬੌਂਡ, ਇੱਕ ਹਾਈਡਰੋਜਨ ਨਾਲ 4 ਪਹਿਲਾਂ ਸੀ 5, ਤਾਂ ਇੱਥੋਂ ਇੱਕ ਬੌਂਡ ਟੁੱਟ ਜੂਗਾ ਡਬਲ ਬੌਂਡ ਵਾਲਾ, ਉਹ ਟੁੱਟ ਗਿਆ, ਉਹ 'ਤੇ ਆ ਗਿਆ ਨੈਗੇਟਿਵ ਚਾਰਜ। ਜਦੋਂ ਉਹ 'ਤੇ ਆ ਗਿਆ ਨੈਗੇਟਿਵ ਚਾਰਜ ਤਾਂ ਇੱਥੇ ਆ ਗਿਆ ਸੀ ਪੋਜ਼ੀਟਿਵ ਚਾਰਜ। ਜਦੋਂ ਹਾਈਡਰੋਜਨ ਇਲੈਕਟ੍ਰੋਨਸ ਲੈ ਗਿਆ ਬੌਂਡ ਦੇ ਤਾਂ ਇੱਥੇ ਪੋਜ਼ੀਟਿਵ ਚਾਰਜ ਆ ਗਿਆ ਸੀ। ਆ ਪੋਜ਼ੀਟਿਵ ਆ ਨੈਗੇਟਿਵ, ਇਹ ਦੋਨੇ ਆਪਸ 'ਚ ਬੌਂਡ ਬਣਾ ਲੈਣਗੇ, ਠੀਕ ਹੈ। ਉਸ ਤੋਂ ਬਾਅਦ ਆ ਐਜ਼ ਇਟ ਇਜ਼ ਰਹਿ ਗਿਆ। ਹੁਣ ਅੱਗੇ ਲੀਥੀਅਮ ਹੈ ਜਿਹੜਾ ਉਹ ਲੂਜ਼ ਹੋਊਗਾ,
ठीक है। तो आ बॉन्ड आ इलैक्ट्रॉन्स ऑक्सीजन के डबल बॉन्ड बना लैणगे। जो ये डबल बॉन्ड बन गए कार्बन के बन गए 5 बॉन्ड। कार्बन जिहड़ा है आ बॉन्ड तोड़ दूगा। जो आ बॉन्ड कार्बन ने तोड़ता तो अपने कोल की बन गया एल्डिहाइड। ठीक है, R₃ O H तो अपने को इधर की बनया LiOAlH2। ठीक है, LiOAlH2। ठीक है, हुण अगे अगली रिएक्शन दे विच की होगा एल्डिहाइड है जिहड़ा इहदे नाल रिएक्ट करूगा। ठीक है, इहदे नाल रिएक्ट करन तो बाद की बनाऊगा अल्कोहल्स। बनाऊगा किवें देखो, H2 है ना, इन्होंने अलग अलग लिख लिया HAlOLiH। ठीक है, आ लिख लिया आपां। हुण इत्थों हाइड्राइड शिफ्ट हो गया। आपां नूं पता हमेशा हाइड्राइड ही जांदा, H इलैक्ट्रॉन्स लैके जांदा कार्बन के उपर। सेम जी चीज़ इत्थे हुई सी उही चीज़ इत्थे हुई है। ठीक है, बस आ बाकी का मॉलीक्यूल चेंज हो गया, जाऊगा हाइड्राइड। ठीक है, उही उवें इलैक्ट्रॉन्स मूव करनगे बॉन्ड्स दे विच। डबल तो सिंगल जिहड़ा बॉन्ड हो जाऊगा, जिहड़ा बाकी बचा सी जाके ऑक्सीजन नाल जुड़ गया। ठीक है, CH बन गया। उस तो बाद ਇਹਦੇ ਕੋਲ एक हाइड्रोजन हाले पई है। जिवें आपां पहलां पढ़िया सीगा एल्डिहाइड्स ते कीटोन्स दे विच भी एक मॉलीक्यूल जिहड़ा है उहदे विच 4 हाइड्रोजनस हुंदियां ने। तो 4 एल्डिहाइड दे जिहड़े मॉलीक्यूल ने उन्हां नूं ओह रिड्यूस कर सकदा। ठीक है, हुण इहदे विच 2 हाइड्रोजनस पईयां ने, एक इसने देती पहलां, हुण दूसरी इहदे कोले पई आ। तो यह एक होर मॉलीक्यूल एल्डिहाइड दे नाल रिएक्ट करूगा। तो एक होर मॉलीक्यूल एल्डिहाइड नाल रिएक्ट करूगा तो अपने कोल बनूगा कि RCH2 एक HAC CH2O। ठीक है, RCH2O नाल इहदे की रह गया AlH ने इनू देता। ठीक है, OLi AlOLi। ठीक है, ये चीज़ होगी क्लीयर। उस तो बाद वाटर नाल जो रिएक्ट करावांगे तो वाटर दे विचों एक H हुंदा, एक OH नैगेटिव हुंदा। H पॉजिटिव हुंदा, OH नैगेटिव। H पॉजिटिव इहदे नाल लग गया, किन्ने ने 2 ने तो 2 लग गए। ठीक है, तो RCH2OH RCH2OH इहदे विचों आपां इहदे नाल लाता। हुण वाटर च की रह गया OH नैगेटिव। हुण इत्थों आपां 2 कड्ढे आ तो 2 OH नैगेटिव इहदे नाल ला दांगे आपां। हुण एक एटम नाल ये तुसीं जिथे मर्जी पढ़ लिओ, चाहे कार्बन है चाहे कोई होर आइटम है, एक एटम नाल 2 OH नैगेटिव 2 OH ने जिहड़े ओह इकट्ठे नहीं रह सकते। तो उत्थों की हुंदा वाटर का मॉलीक्यूल लूज हो जाता। ठीक है, OH ते OH 2 वारी सीगे तो H2O बाहर कढ़ दो, की रह गया उत्थे O, इक्को पहलां ही पई सी तो AlO2 लिथियम एलूमीनियम ऑक्साइड। ठीक है, H2O जिहड़ा है इत्थों बाहर निकलिया वो आपां इदां लिखता। वैसे रिएक्शन जे तुसीं इत्थे छड्ड दोगे तो भी कोई चक्कर नहीं है। ठीक है, पर फरदर जे रिएक्शन आपां कंप्लीट करनी है तो आ चीज़ करनी पऊगी। जे तुसीं इत्थे छड्ड दोगे, इत्थे तक कर लोगे तो भी कोई चक्कर नहीं है। ठीक है, गलत नहीं कोई करन लग्या। ये सीगा इस चीज़ का मैकेनिज्म। ठीक है, बनया की बनया अल्कोहल ही। ठीक है, पहला एसिड सीगा जिहड़ा एल्डिहाइड च कन्वर्ट होया, अगे रिएक्शन सेम ही है। ठीक है, एल्डिहाइड तो अल्कोहल बन गया जिवें आपां पहलां कीता सी पिछली वीडियो दे विच। नैक्सट है अपने को सैकेंड मैथड है जिहड़ा ओह बोरेन जिन्होंने आप कहने। ठीक है, BH3 वो आपको पता भी मोनोमर नहीं रह सकता। 6 इलैक्ट्रॉन्स होंगे आ, 2 मॉलीक्यूल्स इकट्ठे होकर बनाना बॉन्ड बना लेंगे, डाईबोरेन बन जाता। ये ठीक है, फस्ट ईयर इनऑर्गेनिक तुसीं पढ़िया होगा। तो वो जिहड़ा है ये रिड्यूस करूगा कार्बोक्सिलिक एसिड्स नूं। ठीक है, जो ये कार्बोक्सिलिक एसिड नूं रिड्यूस करूगा तो की बनाऊगा RCH2O थ्राइस बोरोन नाल, क्योंकि 3 हाइड्रोजन लग सकदियां हैं। 2 बोरोन 6 हाइड्रोजन ने, 1 बोरोन नाल 3 हाइड्रोजन हो गया तो 1 बोरोन 3 बॉन्ड बनाऊगा। ठीक है, अगे जो वाटर नाल रिएक्ट करावांगे सेम उही चीज़, वाटर है जिहड़ा इनू H दे दूगा, B नूं की दे दूगा OH। तो इत्थे की बनूगा BOH थ्राइस, या फिर कह लो बोरिक एसिड H3BO3। ठीक है, ये चीज़ आपां पढ़ी हुई है। उस तो बाद ये सिंपल जी रिएक्शन सीगी, इहदा मैकेनिज्म नहीं हैगा। अगे है एस्टर्स। एस्टर्स दे विच की हुंदा आपां नूं पता RC∠O OR डैश, R ते R डैश सेम भी हो सकदे आ, अलग अलग भी हो सकदे आ। ठीक है, ये हुंदे अपने कोले एस्टर्स। हुण एस्टर्स ने जिहड़े ओह की आ, ओह किवें बनदे ने? एस्टर्स बनदे ने कार्बोक्सिलिक एसिड दे विचों जे आपां H नूं R नाल रिप्लेस कर दईए। ठीक है, कार्बोक्सिलिक एसिड की हुंदा RC∠O OH। जे उस H नूं आपां R डैश नाल रिप्लेस कर दईए तो अपने कोल की बन जाऊगा एस्टर्स। मतलब एस्टर्स आर डेरिवेटिव्स ऑफ कार्बोक्सिलिक एसिड्स। ठीक है, एस्टर्स ने जिहड़े वो कार्बोक्सिलिक एसिड तो बने ने, उन्हां तो ड्राइव किए जाते हैं, उन्होंने डेरीवेटिव ने। ठीक है, इन्हां दे हुण जिहड़े रिएक्शनस ने एस्टर्स वो किवें बना सकते हैं? 3 रिएक्शनस ने अपने कोले। पहली है कैटालिटिक हाइड्रोजनेशन। कैटालिटिक हाइड्रोजनेशन है जिहड़ी उहदे विच की होगा, आपां कैटालिस्ट यूज़ करांगे हाइड्रोजन की प्रेजेंस दे विच, जिहड़ा कि एस्टर्स नूं एल्कोहल्स दे विच कन्वर्ट करूगा। अच्छा, एक गल होर इत्थे जिहड़ी तुसीं ध्यान रखनी आ, ये भी एस्टर्स दे विच क्योंकि 2 एल्काइल ग्रुप हुंदे ने। ठीक है, RC∠O OR डैश। ठीक है, तो इत्थे 2 तरह के एल्कोहल्स बनने, मतलब 2 एल्कोहल्स का मिक्सचर बनूगा हमेशा।
जे तो आर तो आर डैश इदां दे ने भी हाँ सेम एल्कोहल बन सकता। ठीक है, एक गल का हुण इत्थे ध्यान रखियो, इत्थे एक चीज़ का ध्यान रखना तुसीं, मान लो इहदे विच 2 कार्बन ने, ठीक है, तो आ सारी जिहड़ा बाकी सारे का सारा मॉलीक्यूल रह गया, तुसीं इहनूं एक मन के चलना। तो इहदे विच एक कार्बन तो पहले ही पई आ, ठीक है, सेम प्रोडक्ट बनने दे वास्ते तुहाडे कोल जे इहदे विच 2 कार्बन ने तो सेम प्रोडक्ट बनने दे वास्ते ये तो CH2 बन ही जाऊगा, तो इत्थे तुहानूं CH3 चाहिदा, मतलब इहदे विच एक कार्बन घट चाहिदी है तुहानूं जे तुसीं दोने प्रोडक्ट ने जिहड़े वो सेम बनाने। ठीक है, समझ गए मेरी गल, मतलब जे तुसीं इत्थे इथेनॉल बनाउणा मान लो तो उहदे विच 2 कार्बन हुंदियां ने, इत्थे तुहाडे कोल 2 हैगियां ने, तो इत्थे तुहानूं किन्नियां कार्बन चाहिदियां ने, 1, क्योंकि एक तो पहले ही पई आ। ठीक है, तो तुसीं इत्थे CH3 ग्रुप वाला लाओगे जे तुसीं इथेनॉल बनाउणा गा, मतलब जे तुसीं सेम प्रोडक्ट बनाउणा दोनों एल्कोहल का, क्योंकि जे इत्थे 2 कार्बनस ने मान लो, इत्थे भी 2 कार्बनस ने। ठीक है, तो यदा प्रोडक्ट की बनूगा इथेनॉल। ठीक है, पर इत्थे 2 कार्बनस ने, तीजी कार्बन आ पई है, इत्थे की बनूगा प्रोपेनॉल। तो दोहे अलग अलग जिहड़े हैगे ने अपने बन जाएंगे। जिवें अपना आ देखो अगे रिएक्शन देखते हैं। अच्छा, ये आप कैटालिस्ट की यूज़ करते हैं, इत्थे आप निकल प्लैटिनम नहीं कर सकते हैगे, इत्थे आप कैटालिस्ट जिहड़ा यूज़ करते हैं नाम हैगा कॉपर क्रोमाइट। कॉपर क्रोमाइट तो फार्मूला हैगा CuO.CuCr2O4। ठीक है, ਇਹਦਾ ਜਿਹੜਾ ਹੈਗਾ ਫਾਰਮੂਲਾ ਹੈ, ਇਹਨਾਂ ਨੂੰ 525 ਤੋਂ ਲੈ ਕੇ 525 ਕੈਲਵਿਨ ਤੇ 300 ਐਟਮੋਸਫੀਅਰ ਦੇ ਉੱਪਰ ਇਹ ਜਿਹੜੀ ਰਿਐਕਸ਼ਨ ਹੈ ਉਹ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਸਿੰਪਲੀ 2 ਹਾਈਡਰੋਜਨਸ ਦੇ ਮੋਲੀਕੂਲ ਐਡ ਹੁੰਦੇ ਨੇਗੇ। ਠੀਕ ਹੈ, ਤਾਂ ਇੱਕ ਦਾ ਦੇਖੋ 1 ਕਾਰਬਨ 2 ਕਾਰਬਨ ਆ ਸਾਰੇ ਦਾ ਸਾਰਾ ਤੁਸੀਂ ਇਹਦੇ ਵਿੱਚ ਕਾਊਂਟ ਕਰ ਲਿਆ ਤਾਂ ਕਿੰਨੇ ਰਹਿ ਗਏ ਤੁਹਾਡੇ ਕੋਲ 3 ਕਾਰਬਨਸ, ਤਾਂ 1 2 3। ਠੀਕ ਹੈ, ਕਿਉਂਕਿ ਜਿਹੜਾ CO ਬੌਂਡ ਹੈ, C ਡਬਲ ਬੌਂਡ ਉਹ ਹੈ, ਉਹ ਤਾਂ ਆਪਣਾ CH2 ਦੇ ਵਿੱਚ ਰਿਡਿਊਸ ਹੋ ਹੀ ਗਿਆ। ठीक है, तो जोड़ा अगली O सी उत्थे H लग गया। हुण जोड़ा आ CH3 कल्ला रहा सीगा, इहदे नाल की लगूगा OH। ठीक है, ये चीज़ का ध्यान रखियो OH क्यों। अच्छा, हुण इत्थे आपां निकल प्लैटिनम क्यों यूज़ किया, क्योंकि जे आपां निकल प्लैटिनम यूज़ करते तो इहदी रिडक्शन हो जाती है कि बनता CH4, पर आपां नूं एल्कोहल्स चाहिए ने, एल्केन नहीं चाहिए हैगी, तां करके आपां आ यूज़ किया जिहड़ा कि ऑक्सीजन भी दऊगा नाल दी नाल। ठीक है, ये चीज़ का ध्यान रखियो भी जिहड़ी ऑक्सीजन इहदे विचों एक रिड्यूस होकर रिएक्शन तो बाहर चली जाती सी, वो ऑक्सीजन इस रिएक्शन दे विच इहदे विच ही रहूगी। ठीक है, ये चीज़ का ध्यान रखियो। हाँ जी, अगे है अपने को जिवें आ सी ना R डबल बॉन्ड OH RCH2OH, इत्थों एक ऑक्सीजन, इत्थे 2 ऑक्सीजन सी, इत्थे एक रहेगी, तो एक ऑक्सीजन घट गई, रिएक्शन तो बाहर चली गई। ठीक है, इत्थे कोई भी ऑक्सीजन है जिहड़ी रिएक्शन तो बाहर नहीं जाऊगी, दोनों ऑक्सीजन रिएक्शन दे विच रहणगीआं, तो इसलिए कैटालिस्ट आपां यूज़ करते हैं। ठीक है, उस तो बाद जी सैकेंड रिएक्शन है अपने को है रिडक्शन विद लिथियम एल्यूमीनियम हाइड्राइड। सेम रिएक्शन है, ठीक है, उहदे विच होऊगा कि C डबल बॉन्ड O है जिहड़ा सब तो पहला तो O CH2 दे विच कन्वर्ट हो जाऊगा, आ वाला बॉन्ड इहदे विच कन्वर्ट हो जाऊगा, उस तो बाद आ बॉन्ड टुट जाऊगा, R डैश दे नाल OH लग जाऊगा, O दे नाल H लग जाऊगा। ठीक है, सिंपल जी गल है, बिल्कुल सिंपल जी गल है। ठीक है, उस तो बाद इहदी एग्जाम्पल है, सेम एग्जाम्पल मैं सारियां रिएक्शनां दे विच लिखी है, इहदे विच भी ताकि तुहानूं इक्को ही रिएक्शन याद करनी सौखी रह जाए। ठीक है, आप फर्क कित्थे पऊगा, एरो के उपर तो नीचे जिहड़ियां चीज़ां पाईयां मैंने फर्क सिर्फ उत्थे पऊगा, बाकी सारियां रिएक्शनां मैं कोशिश की है भी सेम ही रिएक्शन रखां ताकि बच्चों को याद करने दे सौख होवे, अलग अलग रिएक्शन हरेक दी ना याद करनी पवे। ठीक है, द सेम ही प्रोडक्ट बनने क्योंकि रिएक्शन सेम है। ठीक है, रिएक्शन सेम है तो प्रोडक्ट भी, रिएक्टेंट सेम है, रिएक्शन सेम है, होगा सारा कुछ वही, तो प्रोडक्ट भी सेम बनने। ठीक है, फर्क कहदा कल्ले कैटालिस्ट का। हुण इहदा जिहड़ा मैकेनिज़म है, मैकेनिज़म दे विच की होगा, सब तो पहला स्टैप है जिहड़ा लिथियम एल्यूमीनियम हाइड्राइड है जिहड़ा वो आयनाइज होगा, वो आयनाइज होने तो बाद एल्यूमीनियम हाइड्राइड है जिहड़ा एल्यूमीनियम हाइड्राइड अनायन है जिहड़ा वो न्यूक्लियोफिलिक अटैक करूगा। ठीक है, कार्बोनिल कार्बन के उपर जो न्यूक्लियोफिलिक अटैक करूगा कार्बोनिल कार्बन के उपर, जिमें देखो सब तो पहला AlH4 सीगा हाइड्राइड है जिहड़ा उन्हें कार्बन से अटैक किया, इत्थों डबल बॉन्ड का सिंगल बन गया। ठीक है, O नैगेटिव, हुण जो ये O नैगेटिव वापस इत्थे डबल बॉन्ड बनाऊगा तो कार्बन के 5 बॉन्ड बन गए, हाइड्रोजन इन्हें हुणे ऐड किया तो रिमूव की करूगा OR डैश जिहड़ा रिमूव किया वो अगली हाइड्रोजन लैके वो की बना दूगा R-OH। ठीक है, इस चीज़ का ध्यान रखियो, R-OH बना दूगा वो। ठीक है, इत्थे लिख देना मैं R-OH प्लस एंड दे विच। ओके, तो उस तो बाद बनया कि अपने को RC डबल बॉन्ड O तो H एल्डिहाइड बन गया। एल्डिहाइड की फरदर सेम रिएक्शन वही चलूगी लिथियम एल्यूमीनियम हाइड्राइड की ईथर की प्रेजेंस के वाटर के नाल एल्डिहाइड तो की बनूगा अपने को अल्कोहल, प्राइमरी अल्कोहल कह लो या अल्कोहल कह लो सिंपली। ठीक है, अल्कोहल बन जाऊगा।
सेम ही रिएक्शन सी 3 बारी कर लिया आप यही रिएक्शन, ठीक है। 3 बारी ਇਹਦਾ मैकेनिज्म हो गया। हुण ਇਹ मैकेनिज्म याद होना चाहिए। इंपॉर्टेंट रिएक्शन है, ਇਹਦਾ मैकेनिज्म आ सकता है, ठीक है। हो सकता ਇਹਦੀਆਂ एग्जाम्पल्स आ जान, मैकेनिज्म जो नहीं आता तो पेपर के ਇਹਦੀਆਂ एग्जाम्पल्स आ सकदियां ने, ठीक है। नैक्सट है अपने कोले बोवेल्ट ब्लैंक रिडक्शन, ठीक है। ये पढ़न शायद थोड़ा दिक्कत आए तो ये 2 पार्ट कर लियो, BOU अलग कर लियो, वेल्ट जोड़ा है अगे वेल्ट उन्होंने अलग कर लियो, तो बोवेल्ट, ठीक है। पढ़न च आसानी हो जूगी। बोवेल्ट ब्लैंक रिडक्शन। हुण इस रिएक्शन दे विच की हुंदा, ये जिहड़ी है नवीं जी रिएक्शन है, ठीक है। ये की करांगे आप सोडियम मैटल यूज़ करांगे इन द प्रेजेंस ऑफ इथेनॉल या फिर एल्कोहल। हुण सोडियम मैटल है जिहड़ी आपां नूं पता ईजीली इलैक्ट्रॉन रिमूव कर देंदी है, Na पॉजिटिव आयन बन जाती है, ठीक है। तो उस सोडियम तो आपां नूं की मिलूगा, एक इलैक्ट्रॉन, जिहड़ा इलैक्ट्रॉन सोडियम लूज करू वो आपां नूं मिल जूगा। आपां जिहड़ा रिएक्टेंट है वो उस इलैक्ट्रॉन नूं जिहड़ा है गेन कर लूगा। हुण अगली चीज़ की है, इत्थे आपां यूज़ करते हैं एल्कोहल्स। एल्कोहल्स दे विच की हुंदा गा, जिवें आ देखो अपने को है CH3 CH2OH, ठीक है। ये करूँगा अपना H पॉजिटिव लूज़ करूँगा। H पॉजिटिव जो इन्हें लूज़ किया, क्योंकि आपको H पॉजिटिव आप गेन आप H हाइड्रोजन है जी गेन करानी है, मॉलीक्यूल के रिडक्शन करनी है, तो हाइड्रोजन ऐड करनी पऊगी, ठीक है। ये है हुण पॉजिटिव चार्ज। पॉजिटिव चार्ज अकोमोडेट करने वास्ते आपको एक नैगेटिव चार्ज भी चाहिए। नैगेटिव चार्ज कितों आ गया? इलैक्ट्रॉन तो, जो कि सोडियम दूगा, ठीक है। तो आ दोनों चीज़ां मिल के आपको एक नेसेंट हाइड्रोजन जी है वो प्रोवाइड करते हैं, जो आप कलैक्टिवली देखिए, ठीक है। पर आप नेसेंट हाइड्रोजन नहीं कहना, क्योंकि इलैक्ट्रॉन अड आऊगा, H पॉजिटिव अलग आऊगा, ठीक है। ये होगा कि रिएक्शन के सिंपल रिएक्शन है, सेम वही रिएक्शन चलूगी। एस्टर के 2 पार्ट होंगे, RCH2OH तो R-OH, ठीक है। इस तरह ही सेम ही रिएक्शन पहला वाली लिखी है मैं, ठीक है। प्रोपेनॉल तो इथेनॉल प्रोपेनॉल तो मिथेनॉल बने, ओके। हुण इहदा मैकेनिज्म देखते हैं। हुण मैकेनिज्म दे विच की हुंदा, इहदे विच ना रैपीटिशन हुंदी है स्टैप्स दी। रैपीटिशन किवें हुंदी है भी, रिएक्शन जिहड़ी है वो स्टार्ट कित्थों हुंदी है, पहलां सोडियम एक इलैक्ट्रॉन दे दिंदा, तो जिहड़ा अपना एल्कोहल है वह एक प्रोटोन दे दिंदा, H पॉजिटिव दे दिंदा। हुण ये इलैक्ट्रॉन ते प्रोटोन वार यूज़ होणगे इस रिएक्शन दे विच। वो किवें यूज़ होणगे वो आपां देखदे हां। सब तो पहलां दा एस्टर है RCOR- डबल बॉन्ड O, ठीक है। हुण एक इलैक्ट्रॉन आया, आपको पता जो एक इलैक्ट्रॉन ट्रांसफर होंदा, जो इलैक्ट्रॉन्स का पेयर ट्रांसफर होंदा, आप फुल हैडेड एरो पाने, मतलब एरो आप इदां पाने, एरो के दोहे पासे हैड बनाने। जो एक इलैक्ट्रॉन ट्रांसफर होंदा तो आप सिंगल हैडेड एरो बनाने या हाफ हैडेड एरो बनाने, ठीक है। मतलब अद्धा एरो, चाहे इदां बना लो चाहे इदां बना लो, ठीक है। अद्धा हैड पाना आप एरो का, इत्थे क्योंकि एक इलैक्ट्रॉन आया तो अद्धा हैड है जोड़ा आप बनाया, मतलब एक पासे ही हैड बनाया एरो दे। इस तरह ही इहदा जोड़ा डबल बॉन्ड टुटूगा, वो भी एक इलैक्ट्रॉन ऑक्सीजन ते जाऊगा, एक इलैक्ट्रॉन कार्बन ते जाऊगा, तो ये भी दोनों एरोज ने जोड़े हाफ हैडेड हो गए। हुण इत्थे ध्यान दिओ, RC एक इलैक्ट्रॉन इत्थों आया, एक इत्थों आ गया, तो कार्बन ते की बन गया? इलैक्ट्रॉन पेयर। इलैक्ट्रॉन पेयर मतलब नैगेटिव चार्ज, ये नाल की रह गया OR-। हुण इत्थे सिंगल बॉन्ड ऑक्सीजन ते एक इलैक्ट्रॉन एक्सट्रा आया, 2 ये कोले लोन पेयर पहलां पे सी, जे बनाने बना लो, नहीं बनाने वो तुहाडी मर्जी है, ठीक है। एक एक्सट्रा इलैक्ट्रॉन आ गया, ठीक है। हुण ये बनया कि देखो, इत्थे बन गया नैगेटिव चार्ज मतलब अनायन, इत्थे एक इलैक्ट्रॉन पिया तो ये की बन गया? रेडिकल। तो ये जिहड़ा बनया वो की बनया? रेडिकल अनायन या फिर अनायन रेडिकल, जिवें भी तुहानूं ठीक लगदा उवें तुसीं लिख सकदे हो, ठीक है। इहदा जिहड़ा इंटरमीडिएट है वो की बनूगा अपने कोले? रेडिकल अनायन या अनायन रेडिकल। हुण आ इलैक्ट्रॉन आपां यूज़ कर लिया, हुण रह की गया प्रोटोन। तो अगले स्टैप दे विच प्रोटोन यूज़ होगा। हुण H ते है पॉजिटिव चार्ज, ये कित्थे जाऊगा? जिथे नैगेटिव पिया, मतलब इत्थे, ठीक है। तो ये चीज़ इत्थे गई, तो अपने कोल की बनया? RCHOR-O, ठीक है, एक इलैक्ट्रॉन। हुण अगले स्टैप दे विच फिर एक इलैक्ट्रॉन आऊगा, अगला इलैक्ट्रॉन। मैं कहा सी ना वार इलैक्ट्रॉन तो प्रोटोन ही यूज़ होणगे। एक इलैक्ट्रॉन आया, ये कित्थे जाऊगा? हुण जिथे एक इलैक्ट्रॉन पहलां पिया, इत्थे इस थां ते जाऊगा ये, ठीक है। मैं ब्लैक पेन नाल ड्रॉ कर देना, ठीक है। हाफ हैडेड अपने कोल की बनया? RCHOR-O, क्योंकि 6 इलैक्ट्रॉन हो गए तो इत्थे क्या आ गया? नैगेटिव चार्ज, ठीक है। हुण ये चीज़ आ गई। हुण जो इत्थे नैगेटिव आ गया तो ऑक्सीजन तो नैगेटिव है जिहड़ा वो की करूँगा? ये इत्थे शिफ्ट हो जूगा। इत्थे जो डबल बॉन्ड बन गया, कार्बन के बन गए 5 बॉन्ड बने, तो इन्हें आ बॉन्ड तोड़ लिया, तो इत्थों अपने कोले की रिमूव हो जूगा? OR-, ठीक है। रह की गया अपने कोले? RCH डबल बॉन्ड O एल्डिहाइड,
ਅੱਧੀ ਰਿਐਕਸ਼ਨ ਹੋ ਗਈ। ਆਪਾਂ ਐਸਟਰ ਸੀਗਾ ਜਾਂ ਐਸਿਡ ਸੀਗਾ, ਉਹਨੂੰ ਤੋਂ ਆਪਾਂ ਪਹਿਲਾਂ ਐਲਡੀਹਾਈਡ ਬਣਾਉਣਾ, ਐਲਡੀਹਾਈਡ ਬਣ ਗਿਆ ਆਪਣਾ, ਅੱਧੀ ਰਿਐਕਸ਼ਨ ਖਤਮ। ਠੀਕ ਹੈ, ਹੁਣ ਅੱਗੇ ਆਪਾਂ ਕੀ ਕਰਨਾ ਹੈ, ਉਸ ਤੋਂ ਬਾਅਦ ਹੈ ਆਪਾਂ ਐਲਡੀਹਾਈਡ ਤੋਂ ਫਿਰ ਸਟਾਰਟ ਕਰਾਂਗੇ, RC ਡਬਲ ਬੌਂਡ OH। ਠੀਕ ਹੈ, ਆਪਾਂ ਕੀ ਕਰਾਂਗੇ ਹੁਣ, ਇੱਕ ਇਲੈਕਟ੍ਰੋਨ ਐਡ ਕਰਾਉਣਾ ਦੁਬਾਰੇ। ਇਲੈਕਟ੍ਰੋਨ ਐਡ ਕਰਾਇਆ, ਜਦੋਂ ਇਲੈਕਟ੍ਰੋਨ ਕਿੱਥੇ ਐਡ ਹੋਊਗਾ ਜਾ ਕੇ, ਸੇਮ ਉਹੀ ਚੀਜ਼ ਕਾਰਬਨ 'ਤੇ। ਠੀਕ ਹੈ, ਜਦੋਂ ਇਲੈਕਟ੍ਰੋਨ ਜਿਹੜਾ ਹੈ ਉਹ ਕਿੱਥੇ ਜਾ ਕੇ ਐਡ ਹੋਊਗਾ, ਕਾਰਬਨ 'ਤੇ। ਹੁਣ ਆਹ ਬੌਂਡ ਫਿਰ ਉਸੇ ਦੋ ਤਰੀਕਿਆਂ ਨਾਲ ਟੁੱਟੂਗਾ, ਦੋ ਇਲੈਕਟ੍ਰੋਨਸ ਅਲੱਗ ਅਲੱਗ ਐਟਮਸ 'ਤੇ ਜਾਣਗੇ, ਇੱਕ ਕਾਰਬਨ ਕੋਲੇ ਇੱਕ ਆਕਸੀਜਨ ਕੋਲੇ। ਤਾਂ ਬਣਿਆ ਕੀ ਆਪਣੇ ਕੋਲੇ, ਆਕਸੀਜਨ ਦੇ ਉੱਪਰ ਫਿਰ ਇੱਕ ਇਲੈਕਟ੍ਰੋਨ ਰਹਿ ਗਿਆ, ਕਾਰਬਨ ਦੇ ਉੱਪਰ ਦੋ ਆ ਗਏ। ਠੀਕ ਹੈ, ਨੈਗੇਟਿਵ ਚਾਰਜ। ਹੁਣ ਆਪਾਂ ਕੀ ਐਡ ਕਰਾਉਣਾ, ਹਾਈਡਰੋਜਨ, ਪ੍ਰੋਟੋਨ। ਪ੍ਰੋਟੋਨ ਕਿੱਥੇ ਜਾਊਗਾ, ਜਿੱਥੇ ਨੈਗੇਟਿਵ ਚਾਰਜ ਪਿਆ, ਕਿਉਂਕਿ ਇੱਥੇ ਪੋਜ਼ੀਟਿਵ ਆ। ਤਾਂ ਕੀ ਬਣ ਜੂਗਾ, RCH ਆ ਪਿਆ, ਇੱਥੇ ਬਣ ਗਿਆ ਇੱਕ ਇਲੈਕਟ੍ਰੋਨ। ਠੀਕ ਹੈ, ਅਗਲੇ ਸਟੈਪ ਦੇ ਵਿੱਚ ਕੀ ਹੋਊਗਾ, ਇੱਕ ਇਲੈਕਟ੍ਰੋਨ ਐਡ ਹੋਊਗਾ। ਕਿਉਂ, ਕਿਉਂਕਿ ਸਿਰਫ ਇੱਥੇ ਡਾਟ ਪਿਆ, ਇੱਕ ਪਿਆ ਤਾਂ ਇੱਕ ਰਹਿ ਨਹੀਂ ਸਕਦਾ ਇਕੱਲਾ, ਇਹ ਜੋੜਾ ਬਣਾਊਗਾ। ਠੀਕ ਹੈ, ਇੱਕ ਇਲੈਕਟ੍ਰੋਨ ਜਦੋਂ ਗਿਆ ਆਕਸੀਜਨ 'ਤੇ, RCH2O, ਦੋ ਇਲੈਕਟ੍ਰੋਨਸ ਆ ਗਏ ਤਾਂ ਇੱਥੇ ਆ ਗਿਆ ਨੈਗੇਟਿਵ ਚਾਰਜ। ਠੀਕ ਹੈ, ਹੁਣ ਇੱਥੇ ਨੈਗੇਟਿਵ ਚਾਰਜ ਆ ਗਿਆ ਤਾਂ ਆਪਾਂ ਕੀ ਕਰਾਂਗੇ ਅੱਗੇ ਫਰਦਰ, H ਪੋਜ਼ੀਟਿਵ ਦੀ ਲੋੜ ਆ ਆਪਾਂ ਨੂੰ, H ਪੋਜ਼ੀਟਿਵ ਐਡ ਕਰਾ ਦਾਂਗੇ, RCH2OH, ਆ ਬਣ ਗਿਆ ਆਪਣੇ ਕੋਲੇ ਐਲਕੋਹਲ। ਠੀਕ ਹੈ, ਸਿੰਪਲ ਜੀ ਰਿਐਕਸ਼ਨ ਸੀਗੀ। ਇਹਦਾ ਮਕੈਨਿਜ਼ਮ ਮੈਨੂੰ ਸਭ ਤੋਂ ਸੌਖਾ ਲੱਗਦਾ, ਹੋ ਸਕਦਾ ਤੁਹਾਨੂੰ ਵੀ ਲੱਗੇ। ਠੀਕ ਹੈ, ਸਿੰਪਲ ਜੀ ਰਿਐਕਸ਼ਨ ਹੈ, ਉਹੀ ਦੋ ਚੀਜ਼ਾਂ ਨੇ, ਉਹੀ ਬਾਰ ਬਾਰ ਐਡ ਕਰਾਈ ਜਾਣੀਆਂ, ਇਲੈਕਟ੍ਰੋਨ ਪ੍ਰੋਟੋਨ, ਇਲੈਕਟ੍ਰੋਨ ਪ੍ਰੋਟੋਨ, ਇਲੈਕਟ੍ਰੋਨ ਪ੍ਰੋਟੋਨ, ਇੱਦਾਂ ਹੀ। ਠੀਕ ਹੈ, ਸੌਖੀ ਜੀ ਰਿਐਕਸ਼ਨ ਸੀਗੀ। ਬਾਕੀ ਜੇ ਨਾ ਸਮਝ ਆਈ ਤਾਂ ਪੁੱਛ ਲਿਓ। ਠੀਕ ਹੈ, ਇੱਥੇ ਆਪਣੀਆਂ ਮੈਥਡਸ ਆਫ ਪ੍ਰੈਪਰੇਸ਼ਨ ਨੇ ਜਿਹੜੇ ਖਤਮ ਹੁੰਦੇ ਨੇ। ਨੈਕਸਟ ਹੈ ਆਪਣੇ ਕੋਲੇ ਫਿਜ਼ੀਕਲ ਪ੍ਰੋਪਰਟੀਜ਼। ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ ਆਪਣੇ ਕੋਲੇ ਕੀ ਆ ਜਾਂਦਾ, ਫਿਜ਼ੀਕਲ ਪ੍ਰੋਪਰਟੀਜ਼ ਨੇ ਜਿਹੜੀਆਂ ਉਹ ਦੱਸਦੀਆਂ ਨੇ ਵੀ ਫਿਜ਼ੀਕਲੀ ਕੋਈ ਚੀਜ਼ ਕਿੱਦਾਂ ਰਿਐਕਟ ਕਰਦੀ ਆ। ਆਪਾਂ ਰਿਐਕਸ਼ਨਾਂ ਨਹੀਂ ਪੜ੍ਹਨੀਆਂ ਇਹਨਾਂ ਦੀਆਂ। ਠੀਕ ਹੈ, ਆਪਾਂ ਦੇਖਣਾ ਵੀ ਆਮ ਜ਼ਿੰਦਗੀ ਦੇ ਵਿੱਚ ਦੇਖੀਏ ਤਾਂ ਇਹਨਾਂ ਦੀਆਂ ਕੀ ਪ੍ਰੋਪਰਟੀਆਂ ਨੇ, ਫਿਜ਼ੀਕਲੀ ਕਿੱਦਾਂ ਇਹ ਬਿਹੇਵ ਕਰਦੇ ਨੇ। ਜੇ ਆਪਾਂ ਫਿਜ਼ੀਕਲ ਦੇਖਾਂਗੇ, ਇਹਦੇ ਵਿੱਚ ਫਿਜ਼ੀਕਲੀ ਦੇਖਾਂਗੇ, ਠੀਕ ਹੈ, ਤਾਂ ਹੋਊਗਾ ਕੀ ਆਪਣੇ ਕੋਲੇ, ਆਪਾਂ ਨੂੰ ਪਤਾ ਵੀ ਹਾਈਡਰੋਕਾਰਬਨ ਤੋਂ ਐਲਕੋਹਲ ਕਿਵੇਂ ਬਣਦੇ ਆ, ਇੱਕ H ਕੱਢ ਦਿੰਦੇ ਹਾਂ ਆਪਾਂ, OH ਲਗਾ ਦਿੰਦੇ ਹਾਂ, OH ਗਰੁੱਪ। ਠੀਕ ਹੈ, ਜਦੋਂ OH ਗਰੁੱਪ ਲਗਾਵਾਂਗੇ ਤਾਂ ਵਾਧੂ ਕੀ ਆਇਆ ਇਹਦੇ ਵਿੱਚ, ਆਕਸੀਜਨ। ਜੇ ਕੰਪੇਅਰ ਕਰਕੇ ਦੇਖੀਏ, ਮੰਨ ਲਓ ਆਪਣੇ ਕੋਲੇ ਹੈ CH4, ਉਹਦੇ ਵਿੱਚੋਂ ਆਪਾਂ H ਕੱਢਤੀ, OH ਲਾਤਾ, ਤਾਂ H ਤਾਂ ਵਾਪਸ ਆ ਗਈ, ਨਾਲ ਕੀ ਲੈ ਕੇ ਆਈ, ਆਕਸੀਜਨ। ਤਾਂ ਵਾਧੂ ਕੀ ਆਇਆ, ਆਕਸੀਜਨ। ਠੀਕ ਹੈ, ਹੁਣ ਜਦੋਂ ਆਕਸੀਜਨ ਵਾਧੂ ਆਈ ਤਾਂ ਉਹਦੇ ਕਰਕੇ ਚੇਂਜ ਵੀ ਤਾਂ ਹੋਊਗਾ ਮੋਲੀਕਿਊਲ, ਉਹਦੇ ਕਰਕੇ ਚੇਂਜ ਕੀ ਹੋਊਗਾ, ਆਕਸੀਜਨ ਜਿਹੜਾ ਹੈ ਇਲੈਕਟ੍ਰੋਨੈਗੇਟਿਵ। ਠੀਕ ਹੈ, ਜਦੋਂ ਆਕਸੀਜਨ ਇਲੈਕਟ੍ਰੋਨੈਗੇਟਿਵ ਹੈ ਤਾਂ ਜਿਹੜੇ ਉਹਦੇ ਨਾਲ ਐਟਮ ਪਏ ਨੇ ਦੋਨੇ ਪਾਸੇ, ਇੱਕ ਪਾਸੇ ਹਾਈਡਰੋਜਨ ਹੈ, ਇੱਕ ਪਾਸੇ ਕਾਰਬਨ ਹੈ, ਆਕਸੀਜਨ ਦੇ ਇਲੈਕਟ੍ਰੋਨੈਗੇਟਿਵਿਟੀ ਕਰਕੇ ਕੀ ਆ ਜਾਊਗਾ, ਨੈਗੇਟਿਵ ਚਾਰਜ, ਪਾਰਸ਼ੀਅਲ ਨੈਗੇਟਿਵ ਚਾਰਜ। ਜੇ ਆਕਸੀਜਨ ਦੇ ਨੈਗੇਟਿਵ ਆ ਗਿਆ ਤਾਂ ਨਾਲ ਵਾਲਿਆਂ 'ਤੇ ਕੀ ਆ ਜਾਊਗਾ, ਆਪਣੇ ਆਪ ਪਾਰਸ਼ੀਅਲ ਪੋਜ਼ੀਟਿਵ ਚਾਰਜ। ਕਿਉਂ, ਕਿਉਂਕਿ ਉਹਨਾਂ ਦੋਨਾਂ ਦਾ ਚਾਰਜ ਆਕਸੀਜਨ ਨੇ ਖਿੱਚ ਲਿਆ, ਤਾਂ ਉਹ ਕੀ ਹੋ ਗਏ, ਪੋਜ਼ੀਟਿਵ ਹੋ ਗਏ। ਜੇ ਆਕਸੀਜਨ ਨੈਗੇਟਿਵ ਹੋ ਗਿਆ ਤਾਂ ਉਸ ਪੋਜ਼ੀਟਿਵ ਨੈਗੇਟਿਵ ਚਾਰਜ 'ਤੇ ਕਰਕੇ ਆਪਣੇ ਕੋਲੇ ਜਿਹੜੇ ਦੋਹੇ ਬੌਂਡ ਸੀਗੇ, ਕਾਰਬਨ ਆਕਸੀਜਨ ਦਾ ਬੌਂਡ ਅਤੇ ਆਕਸੀਜਨ ਹਾਈਡਰੋਜਨ ਦਾ ਬੌਂਡ, ਦੋਨੇ ਬੌਂਡ ਜਿਹੜੇ ਨੇ ਉਹ ਪੋਲਰ ਹੋ ਗਏ। ਜਦੋਂ ਦੋਨੇ ਬੌਂਡ ਪੋਲਰ ਹੋ ਗਏ ਤਾਂ ਮੋਲੀਕਿਊਲ ਦੇ ਵਿੱਚ ਡਾਈਪੋਲ ਮੂਵਮੈਂਟ ਹੈ ਜਿਹੜਾ ਉਹ ਜਨਰੇਟ ਹੋ ਗਿਆ। ਜਦੋਂ ਡਾਈਪੋਲ ਮੂਵਮੈਂਟ ਜਨਰੇਟ ਹੋ ਗਿਆ ਤਾਂ ਮੋਲੀਕਿਊਲ ਹੈ ਜਿਹੜਾ ਉਹ ਪੋਲਰ ਹੋ ਗਿਆ। ਠੀਕ ਹੈ, ਉਸ ਤੋਂ ਬਾਅਦ ਇਹਦਾ ਜਿਹੜਾ ਸਟਰਕਚਰ ਹੈ ਉਹ ਸਟਰਕਚਰ ਆਪਣੇ ਕੋਲੇ ਇੱਦਾਂ ਬੈਂਟ ਸਟਰਕਚਰ ਹੋਊਗਾ, ਜਿਵੇਂ ਵਾਟਰ ਦਾ ਹੁੰਦਾ ਸਟਰਕਚਰ ਰਹਿ ਗਿਆ ਸੀ ਬਣਾਉਣ ਵਾਲਾ। ਕਿਉਂ ਬੈਂਟ ਹੋਊਗਾ, ਲੀਨੀਅਰ ਕਿਉਂ ਨਹੀਂ ਹੋਊਗਾ, ਕਿਉਂਕਿ ਦੋ ਲੋਨ ਪੇਅਰ ਪਏ ਨੇ ਆਕਸੀਜਨ ਦੇ ਉੱਪਰ, ਉਹ ਦੋਨੇ ਬੌਂਡਸ ਨੂੰ ਲੀਨੀਅਰ ਮੈਨਰ ਤੋਂ ਡਿਸਟੋਰਟ ਕਰਨਗੇ, ਇੱਕ ਦੂਸਰੇ ਦੇ ਵੱਲ ਉਹ ਰਿਪੈਲ ਕਰਨਗੇ। ਇਹ ਲੋਨ ਪੇਅਰ ਇੱਧਰ ਨੂੰ ਰਿਪੈਲ ਕਰੂਗਾ, ਆਹ ਲੋਨ ਪੇਅਰ ਇੱਧਰ ਨੂੰ ਰਿਪੈਲ ਕਰੂਗਾ, ਤਾਂ ਵੀ ਸ਼ੇਪ ਬਣ ਜੂਗੀ, ਬੈਂਟ ਜਿਓਮੈਟਰੀ ਬਣੂ ਇਹਦੀ। ਠੀਕ ਹੈ, ਉਸ ਤੋਂ ਬਾਅਦ ਹਾਈਬ੍ਰਿਡਾਈਜੇਸ਼ਨ ਹੈ ਜਿਹੜੀ ਉਹ sp3 ਹੁੰਦੀ ਆ ਆਕਸੀਜਨ ਦੀ, ਤਾਂ ਕਰਕੇ ਉਹਦਾ ਟੈਟਰਾਹਾਈਡਰਲ ਬਣਦਾ। ਦੋ ਪੋਜੀਸ਼ਨਾਂ ਜਿਹੜੀਆਂ ਲੋਨ ਪੇਅਰ ਆਕੂਪਾਈ ਕਰ ਲੈਂਦੇ ਨੇ, ਦੋ ਪੋਜੀਸ਼ਨਾਂ ਇੱਕ R ਆਕੂਪਾਈ ਕਰ ਲੈਂਦਾ, ਇੱਕ H ਆਕੂਪਾਈ ਕਰ ਲੈਂਦਾ। ਠੀਕ ਹੈ, ਚਾਹੇ ਉੱਦਾਂ ਲਗਾ ਲਓ, ਚਾਹੇ ਸਿੰਪਲੀ ਦੇਖ ਲਓ, ਵਰਬਲੀ ਦੇਖ ਲਓ, ਆਪਾਂ ਦੋਨਾਂ ਤਰੀਕਿਆਂ ਨਾਲ ਉਹਦੀ ਬੈਂਟ ਜਿਓਮੈਟਰੀ ਹੀ ਬਣਦੀ ਆ। ਉਸ ਤੋਂ ਬਾਅਦ ਫਿਜ਼ੀਕਲ ਸਟੇਟ ਆ ਜਾਂਦਾ ਆਪਣੇ ਕੋਲ। ਸਭ ਤੋਂ ਸਿੰਪਲ ਜਿਹੜੀ ਪ੍ਰੋਪਰਟੀ ਹੈ ਫਿਜ਼ੀਕਲ ਸਟੇਟ, ਕਿ ਸੋਲਿਡ ਆ ਜਾਂ ਲਿਕੁਇਡ ਹੈ ਜਾਂ ਗੈਸ ਆ ਉਹ। ਠੀਕ ਹੈ, ਅਤੇ ਜਿਹੜੇ ਨਾਰਮਲ ਮਤਲਬ ਸ਼ੁਰੂ ਵਾਲੇ ਮੈਂਬਰਸ ਹੋਣਗੇ, ਮਿਥੇਨੋਲ, ਇਥੇਨੋਲ, ਪ੍ਰੋਪੇਨੋਲ, ਬਿਊਟੇਨੋਲ, ਠੀਕ ਹੈ, ਛੋਟੇ ਛੋਟੇ ਮੈਂਬਰਸ ਨੇ ਜਿਹੜੇ, ਇਹ ਸਾਰੇ ਲਿਕੁਇਡਸ ਹੋਣਗੇ। ਲਿਕੁਇਡਸ ਹੋਣ ਤੋਂ ਬਾਅਦ ਪਹਿਲਾਂ ਤਾਂ ਹੋਊਗੀ ਫਿਜ਼ੀਕਲ ਸਟੇਟ। ਆਰਡਰ ਜਿਹੜੀ ਹੋਊਗੀ ਇਹਨਾਂ ਦੀ, ਆਰਡਰ ਕੀ ਹੋਊਗੀ, ਐਲਕੋਹਲਿਕ ਸਮੈਲ। ਠੀਕ ਹੈ, ਐਲਕੋਹਲਿਕ ਆਰਡਰ ਹੋਊਗੀ ਜਾਂ ਐਲਕੋਹਲਿਕ ਸਮੈਲ ਕਹਿ ਲਓ, ਵੀ ਐਲਕੋਹਲਸ ਦੀ ਜਿੱਦਾਂ ਦੀ ਹੁੰਦੀ ਆ ਆਪਾਂ ਨੂੰ ਪਤਾ ਨਾਰਮਲੀ, ਜਿੱਦਾਂ ਸ਼ਰਾਬ ਦੀ ਸਮੈਲ ਹੁੰਦੀ ਆ ਉਹ। ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਟੇਸਟ ਹੈ ਉਹ ਕੀ ਹੈ, ਬਰਨਿੰਗ ਟੇਸਟ। ਬਰਨਿੰਗ ਟੇਸਟ ਮਤਲਬ ਕੌੜੀ ਕੌੜੀ ਜੀਭ ਨੂੰ ਜਿਵੇਂ ਮਚਾਉਂਦੀ ਹੁੰਦੀ ਹੈ, ਇੱਦਾਂ ਦੀ ਚੀਜ਼। ਠੀਕ ਹੈ, ਆਪਾਂ ਕਹਿ ਸਕਦੇ ਹਾਂ ਵੀ ਇੱਦਾਂ ਦਾ ਇਹਨਾਂ ਦਾ ਜਿਹੜਾ ਹੈ ਉਹ ਟੇਸਟ ਹੋਊਗਾ। ਹਾਇਰਸ ਮੈਂਬਰ ਨੇ ਜਿਹੜੇ ਇਹਦੇ, ਜਦੋਂ ਆਪਾਂ ਕਾਰਬਨਸ, ਨੰਬਰ ਆਫ ਕਾਰਬਨਸ 7, 8, 9, 10, 11 ਇਹ ਤੋਂ ਵੱਧ ਜਾਂਦੀਆਂ ਨੇ, ਉਹ ਜਿਹੜੇ ਨੇ ਆਪਣੇ ਕੋਲੇ ਵੈਕਸੀ ਸੋਲਿਡਸ ਬਣ ਜਾਂਦੇ ਨੇ। ਵੈਕਸੀ ਸੋਲਿਡ ਜਿਹੜੀ ਆਪਾਂ ਕਹਿੰਦੇ ਹੁੰਦੇ, ਜਿੱਦਾਂ ਲਾ ਲਓ
ਇੱਕ ਤਰ੍ਹਾਂ ਨਾਲ ਜੈਲ ਟਾਈਪ ਬਣ ਜਾਂਦੇ ਨੇ, ਵੈਕਸ ਜੀ ਬਣ ਜਾਂਦੀ ਹੈ, ਠੀਕ ਹੈ। ਜੈਲ ਟਾਈਪ ਦਾ ਸੋਲਿਡ ਬਣ ਜਾਂਦਾ, ਨਾ ਪੂਰੀ ਤਰ੍ਹਾਂ ਸੋਲਿਡ ਹੁੰਦਾ ਉਹ, ਨਾ ਪੂਰੀ ਤਰ੍ਹਾਂ ਲਿਕੁਇਡ ਹੁੰਦਾ ਉਹ, ਗਾੜਾ ਜਿਹਾ ਸੋਲਿਡ ਬਣ ਜਾਂਦਾ, ਗਾੜਾ ਜਿਹਾ ਲਿਕੁਇਡ ਕਹਿ ਲਓ, ਠੀਕ ਹੈ। ਗਾੜਾ ਜਿਹਾ ਲਿਕੁਇਡ ਬਣ ਜਾਂਦਾ, ਹੁੰਦੀ ਥੋੜ੍ਹੀ ਜਿਹੀ ਫੋਮ ਉਹਦੀ ਸੋਲਿਡ ਵਾਲੀ ਹੈ। ਉਸ ਤੋਂ ਬਾਅਦ ਹੈ ਆਪਣੇ ਕੋਲ ਸੈਕਿੰਡ ਪ੍ਰੋਪਰਟੀ ਹਾਈਡਰੋਜਨ ਬੌਂਡਿੰਗ। ਹੁਣ ਇਹਦੇ ਵਿੱਚ ਕਿਉਂਕਿ ਆਕਸੀਜਨ ਪ੍ਰੈਜੈਂਟ ਹੈ, ਆਕਸੀਜਨ ਦੇ ਨਾਲ ਹਾਈਡਰੋਜਨ ਪ੍ਰੈਜੈਂਟ ਹੈ, ਠੀਕ ਹੈ। ਜਦੋਂ ਆਪਾਂ ਦੇਖਾਂਗੇ ਤਾਂ ਇਹ ਕੰਡੀਸ਼ਨ ਕਾਹਦੀ ਪੂਰੀ ਹੋ ਰਹੀ ਹੈ, ਅਤੇ ਹਾਈਡਰੋਜਨ ਬੌਂਡਿੰਗ ਦੀ। ਆਕਸੀਜਨ ਅਤੇ ਹਾਈਡਰੋਜਨ ਨੇ ਜਿਹੜੇ ਉਹ ਡਾਇਰੈਕਟਲੀ ਇੱਕ ਦੂਸਰੇ ਨਾਲ ਡਾਇਰੈਕਟ ਬੌਂਡ ਬਣਿਆ ਹੋਇਆ, ਡਾਇਰੈਕਟਲੀ ਅਟੈਚਡ ਨੇ। ਜਦੋਂ ਡਾਇਰੈਕਟਲੀ ਅਟੈਚਡ ਨੇ ਉਹ, ਠੀਕ ਹੈ, ਤਾਂ ਉਹਦੇ ਵਿੱਚ ਹੋਊਗਾ ਕਿ ਆਪਣੇ ਕੋਲ ਹਾਈਡਰੋਜਨ ਇੱਕ ਮੋਲੀਕਿਊਲ ਦਾ ਹਾਈਡਰੋਜਨ ਦੂਸਰੇ ਮੋਲੀਕਿਊਲ ਦੇ ਆਕਸੀਜਨ ਨੂੰ ਅਟਰੈਕਟ ਕਰੂਗਾ, ਇਸੇ ਤਰ੍ਹਾਂ ਹੀ ਇੱਕ ਮੋਲੀਕਿਊਲ ਦਾ ਆਕਸੀਜਨ ਦੂਸਰੇ ਮੋਲੀਕਿਊਲ ਦੇ ਹਾਈਡਰੋਜਨ ਨੂੰ ਅਟਰੈਕਟ ਕਰੂਗਾ। ਜਦੋਂ ਇਹ ਚੀਜ਼ ਹੋ ਜੂਗੀ ਆਪਣੇ ਕੋਲ, ਧਿਆਨ ਦਊਂਗੇ ਜਦੋਂ ਇਹ ਚੀਜ਼ ਹੋ ਗਈ, ਇਸ ਮੋਲੀਕਿਊਲ ਦਾ ਹਾਈਡਰੋਜਨ ਅਗਲੇ ਮੋਲੀਕਿਊਲ ਦੇ ਆਕਸੀਜਨ ਨੂੰ, ਠੀਕ ਹੈ, ਇਸ ਮੋਲੀਕਿਊਲ ਦਾ ਆਕਸੀਜਨ ਇਸ ਮੋਲੀਕਿਊਲ ਦੇ ਹਾਈਡਰੋਜਨ ਨੂੰ, ਇੱਦਾਂ ਕਰਕੇ ਸਾਰੇ ਦੇ ਸਾਰੇ ਮੋਲੀਕਿਊਲਸ ਨੇ ਜਿਹੜੇ ਉਹ ਇੱਕ ਦੂਸਰੇ ਨਾਲ ਐਸੋਸ਼ੀਏਟ ਹੋ ਜਾਂਦੇ ਨੇ। ਐਸੋਸ਼ੀਏਟ ਹੋਣਾ ਮਤਲਬ ਜੁੜ ਕੇ ਰਹਿਣਾ, ਮਤਲਬ ਇਕੱਲਾ ਇਕੱਲਾ ਮੋਲੀਕਿਊਲ ਅਲੱਗ ਅਲੱਗ ਨਹੀਂ ਹੈਗਾ। ਇੱਦਾਂ ਨਹੀਂ ਹੈਗਾ ਵੀ ਜਿੱਧਰ ਨੂੰ ਜੀ ਕਰਿਆ ਉੱਧਰ ਨੂੰ ਤੁਰ ਪਿਆ, ਸਾਰੇ ਇਕੱਠੇ ਰਹਿਣਗੇ, ਜੁੜ ਕੇ ਰਹਿਣਗੇ, ਕਿਉਂਕਿ ਸਾਰਿਆਂ ਦੇ ਵਿੱਚ ਬੌਂਡਿੰਗ ਹੁੰਦੀ ਹੈ, ਠੀਕ ਹੈ। ਆਕਸੀਜਨ ਅਤੇ ਹਾਈਡਰੋਜਨ ਇੱਕ ਦੂਸਰੇ ਮੋਲੀਕਿਊਲ ਦੇ ਇੱਕ ਦੂਸਰੇ ਨੂੰ ਅਟਰੈਕਟ ਕਰਕੇ ਰੱਖਦੇ ਨੇ। ਉਸ ਤੋਂ ਬਾਅਦ ਹੈ ਆਪਣੇ ਕੋਲ ਬੋਇਲਿੰਗ ਪੁਆਇੰਟ। ਅਤੇ ਜਿਹੜਾ ਆਹ ਹਾਈਡਰੋਜਨ ਬੌਂਡਿੰਗ ਹੁੰਦੀ ਆ, ਇਹੀ ਮੇਨ ਰੀਜ਼ਨ ਹੈ ਇਹਨਾਂ ਦੇ ਵਿੱਚ, ਜਿਹੜੇ ਆਪਾਂ ਅੱਗੇ ਦੋ ਪ੍ਰੋਪਰਟੀਜ਼ ਪੜ੍ਹਾਂਗੇ ਉਹਨਾਂ ਦੇ ਵਿੱਚ ਕਈ ਟਰੈਂਡਸ ਆਉਂਦੇ ਨੇ, ਉਹ ਇਸ ਕਰਕੇ ਹੀ ਆਉਂਦੇ ਨੇ। ਜਿਹੜਾ ਪਹਿਲਾ ਹੈ ਬੋਇਲਿੰਗ ਪੁਆਇੰਟ। ਜਿਹੜੇ ਬੋਇਲਿੰਗ ਪੁਆਇੰਟ ਨੇ ਆਪਾਂ ਨੂੰ ਪਤਾ ਵੀ ਹਾਂ, ਜਦੋਂ ਆਪਾਂ ਹੀਟ ਕਰਦੇ ਹਾਂ, ਹੀਟ ਕਰਨ ਦੇ ਨਾਲ ਜਿਹੜੇ ਅਲੱਗ ਅਲੱਗ ਮੋਲੀਕਿਊਲਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਅਟਰੈਕਸ਼ਨਸ ਹੁੰਦੀਆਂ ਨੇ, ਉਹ ਅਟਰੈਕਸ਼ਨਸ ਟੁੱਟ ਜਾਂਦੀਆਂ ਨੇ। ਜਦੋਂ ਅਟਰੈਕਸ਼ਨਸ ਟੁੱਟਦੀਆਂ ਨੇ, ਮੋਲੀਕਿਊਲ ਇਕੱਲਾ ਇਕੱਲਾ ਹੋ ਜਾਂਦਾ, ਤਾਂ ਉਹ ਆਪਦੀ ਸਟੇਟ ਚੇਂਜ ਕਰ ਲੈਂਦੇ ਨੇ, ਲਿਕੁਇਡ ਤੋਂ ਗੈਸ ਦੇ ਵਿੱਚ ਚਲੇ ਜਾਂਦੇ ਨੇ, ਇਵੈਪੋਰੇਟ ਹੋ ਜਾਂਦੇ ਨੇ। ਮਤਲਬ ਲਿਕੁਇਡ ਤੋਂ ਗੈਸ ਦੇ ਸਟੇਟ ਦੇ ਵਿੱਚ ਜਾਣ ਦੇ ਲਈ ਆਪਾਂ ਨੂੰ ਕੀ ਹੈ, ਮੋਲੀਕਿਊਲਸ ਦੀਆਂ ਬੌਂਡਿੰਗਸ ਨੇ ਜਿਹੜੀਆਂ ਉਹ ਤੋੜਨੀਆਂ ਪੈਣਗੀਆਂ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਕਈ ਟ੍ਰੈਂਡਸ ਨੇ। ਪਹਿਲਾਂ ਆਪਾਂ ਕੰਪੇਅਰ ਕਰਾਂਗੇ ਐਲਕੋਹਲਸ ਨੂੰ ਹੋਰ ਔਰਗੈਨਿਕ ਮੋਲੀਕਿਊਲਸ ਦੇ ਨਾਲ, ਜਿਵੇਂ ਹਾਈਡਰੋਕਾਰਬਨਸ ਨਾਲ, ਈਥਰਸ ਨਾਲ, ਜਾਂ ਫਿਰ ਐਲਕਾਈਲ ਹੈਲਾਈਡਸ ਦੇ ਨਾਲ। ਆਹ ਥੱਲੇ ਮੈਂ ਲਿਖੀਆਂ ਹੋਈਆਂ ਨੇ, ਠੀਕ ਹੈ, ਐਗਜ਼ਾਮਪਲਸ ਲਿਖੀਆਂ ਨੇ। ਐਲਕੋਹਲ ਦਾ ਦੇਖਾਂਗੇ, ਇਥੇਨੋਲ ਦਾ 351 ਬੋਇਲਿੰਗ ਪੁਆਇੰਟ ਹੈ। ਪ੍ਰੋਪੇਨ ਦਾ ਉਹਦੇ ਸਿਮਿਲਰ ਮੈਂ ਲਿਖਿਆ ਇੱਥੇ ਕੰਪੇਅਰੇਬਲ ਮਾਸ। ਕੰਪੇਅਰੇਬਲ ਮਾਸ ਮਤਲਬ ਇਹਦਾ ਜਿੰਨਾ ਮਾਸ ਹੈ ਉਹਦੇ ਨੇੜੇ ਤੇੜੇ, ਜਿਵੇਂ ਇਹਦਾ 46, ਇਹਦਾ 44, ਇਹਦਾ 46, ਇਹਦਾ 50, ਉਹਦੇ ਨੇੜੇ ਤੇੜੇ ਮਾਸ ਹੋਊਗਾ ਜਿਹੜੀ ਹਾਈਡਰੋਕਾਰਬਨ ਦਾ। ਇੱਦਾਂ ਨਹੀਂ ਆਪਾਂ ਵੀ ਕਿਸੇ ਨਾਲ ਹੀ ਕੰਪੇਅਰ ਕਰ ਲਿਆ, ਆਪਾਂ ਇਥੇਨੋਲ ਨੂੰ ਆਪਾਂ ਮਿਥੇਨ ਨਾਲ ਕੰਪੇਅਰ ਕਰੀ ਜਾਈਏ ਜਿਹਦਾ ਕਿ ਮੋਲੀਕੂਲਰ ਵੇਟ ਹੀ 16, ਕਿਤੇ ਇਥੇਨੋਲ ਦਾ 46 ਹੈ, ਠੀਕ ਹੈ। ਬਰਾਬਰ ਜਿਹਦਾ ਮਤਲਬ ਮੋਲੀਕੂਲਰ ਵੇਟ ਹੋਣਾ ਚਾਹੀਦਾ, ਤਾਂ ਕੰਪੈਰੀਜ਼ਨ ਚੰਗਾ ਲੱਗਦਾ। ਹੁਣ ਜਦੋਂ ਜਿਹੜੇ ਹਾਈਡਰੋਕਾਰਬਨ ਪ੍ਰੋਪੇਨ, ਠੀਕ ਹੈ, ਉਹਦਾ ਹੈਗਾ ਬੋਇਲਿੰਗ ਪੁਆਇੰਟ 231, ਡਾਈ ਮਿਥਾਈਲ ਈਥਰ ਦਾ ਹੈਗਾ 249, ਕਲੋਰੋਮੀਥੇਨ ਦਾ ਹੈਗਾ 249.5, ਠੀਕ ਹੈ। ਜਦੋਂ ਦੇਖਦੇ ਹਾਂ ਆਪਾਂ ਸਾਰਿਆਂ ਦੇ ਵਿੱਚ, ਤਾਂ ਐਲਕੋਹਲਸ ਨੇ ਜਿਹੜੇ ਉਹਨਾਂ ਦਾ ਬੋਇਲਿੰਗ ਪੁਆਇੰਟ ਸਭ ਤੋਂ ਵੱਧ ਹੈ। ਇਹ ਕਿਉਂ ਹੁੰਦਾ? ਇਹ ਹੁੰਦਾ ਹਾਈਡਰੋਜਨ ਬੌਂਡਿੰਗ ਦੇ ਕਰਕੇ, ਠੀਕ ਹੈ। ਬਾਕੀ ਜਿਹੜੇ ਤਿੰਨ ਨੇ, ਨਾ ਇਹਦੇ ਵਿੱਚ, ਨਾ ਇਹਦੇ ਵਿੱਚ, ਨਾ ਇਹਦੇ ਵਿੱਚ, ਤਿੰਨਾਂ ਦੇ ਵਿੱਚ ਆਕਸੀਜਨ ਦੇ ਨਾਲ ਜਾਂ ਕਿਸੇ ਵੀ ਹੋਰ, ਜਿਵੇਂ ਇਹਦੇ ਵਿੱਚ ਦੇਖਦੇ ਹਾਂ ਤਾਂ ਇੱਥੇ ਤੁਸੀਂ ਕਹੋਗੇ ਜੀ ਕਲੋਰੀਨ ਇਲੈਕਟ੍ਰੋਨੈਗੇਟਿਵ ਹੈ, ਪ੍ਰੈਜੈਂਟ ਹੈ, ਠੀਕ ਹੈ। ਇੱਥੇ ਪਹਿਲੀ ਗੱਲ ਤਾਂ ਕੋਈ ਇਲੈਕਟ੍ਰੋਨੈਗੇਟਿਵ ਇਹਨਾਂ ਤੋਂ, ਇਹਦੇ ਵਿੱਚ ਕੋਈ ਇਲੈਕਟ੍ਰੋਨੈਗੇਟਿਵ ਨਹੀਂ ਪ੍ਰੈਜੈਂਟ ਹੈਗਾ, ਤਾਂ ਹਾਈਡਰੋਜਨ ਬੌਂਡਿੰਗ ਹੋ ਹੀ ਨਹੀਂ ਸਕਦੀ। ਇੱਥੇ ਵਨ ਡਰ ਵਾਲ ਫੋਰਸਿਸ ਹੋਣੀ ਹੈ। ਇੱਥੇ ਆਕਸੀਜਨ ਪ੍ਰੈਜੈਂਟ ਹੈ ਇਲੈਕਟ੍ਰੋਨੈਗੇਟਿਵ, ਬਟ ਜਿਹੜਾ ਆਕਸੀਜਨ ਹੈ ਉਹ ਹਾਈਡਰੋਜਨ ਨਾਲ ਨਹੀਂ ਅਟੈਚ ਹੈਗਾ, ਉਹ ਕਾਰਬਨਸ ਨਾਲ ਅਟੈਚ ਹੈ, ਠੀਕ ਹੈ। ਤਾਂ ਇੱਥੇ ਹਾਈਡਰੋਜਨ ਬੌਂਡਿੰਗ ਨਹੀਂ ਹੋ ਸਕਦੀ। ਇੱਥੇ ਵੀ ਸੇਮ ਕੇਸ ਹੈ, ਕਲੋਰੀਨ ਹੈਗਾ, ਪਰ ਕਲੋਰੀਨ ਹੈ ਜਿਹੜਾ ਕਾਰਬਨ ਨਾਲ ਅਟੈਚ ਹੈ, ਕਾਰਬਨ ਅੱਗੇ ਫਰਦਰ ਹਾਈਡਰੋਜਨਸ ਨਾਲ ਅਟੈਚ ਹੈ, ਤਾਂ ਐਚ ਦੇ ਨਾਲ ਡਾਇਰੈਕਟਲੀ ਸੀ ਦੀ ਬੌਂਡਿੰਗ ਨਹੀਂ ਹੈਗੀ। ਤਾਂ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਹਾਈਡਰੋਜਨ ਬੌਂਡਿੰਗ ਨਹੀਂ ਹੋ ਸਕਦੀ, ਸਿਰਫ ਇਹਦੇ ਵਿੱਚ ਹੀ ਹਾਈਡਰੋਜਨ ਬੌਂਡਿੰਗ ਹੋਊਗੀ। ਤਾਂ ਕਰਕੇ ਇਹਦਾ ਜਿਹੜਾ ਇਹਦਾ ਜਿਹੜਾ ਬੋਇਲਿੰਗ ਪੁਆਇੰਟ ਹੈ ਬਹੁਤ ਜ਼ਿਆਦਾ ਹਾਈ ਹੁੰਦਾ ਐਜ਼ ਕੰਪੇਅਰ ਟੂ ਦੀਸ ਮੈਂਬਰਸ, ਠੀਕ ਹੈ। ਉਸ ਤੋਂ ਬਾਅਦ ਹੈ ਐਲਕੋਹਲਸ ਦੇ ਵਿੱਚ, ਮਤਲਬ ਐਲਕੋਹਲਸ ਦੇ ਵਿੱਚ ਜਿਵੇਂ ਜਿਵੇਂ ਮੋਲੀਕੂਲਰ ਵੇਟ ਇਨਕਰੀਜ਼ ਹੁੰਦਾ, ਮਤਲਬ ਮਿਥੇਨੋਲ, ਇਥੇਨੋਲ, ਪ੍ਰੋਪੇਨੋਲ, ਬਿਊਟੇਨੋਲ, ਇਹਨਾਂ ਨੂੰ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਅਤੇ ਜਿਵੇਂ ਜਿਵੇਂ ਮੋਲੀਕੂਲਰ ਵੇਟ ਵਧੂਗਾ ਉਵੇਂ ਉਵੇਂ ਜਿਹੜਾ ਉਹਦਾ ਬੋਇਲਿੰਗ ਪੁਆਇੰਟ ਹੈ ਉਹ ਇਨਕਰੀਜ਼ ਹੋਊਗਾ, ਰੈਗੂਲਰਲੀ ਇਨਕਰੀਜ਼ ਹੋਊਗਾ। ਮਤਲਬ ਜਿਵੇਂ 333, 337 ਸੀ, 351 ਹੋ ਗਿਆ, 70 ਹੋ ਗਿਆ, ਫਿਰ 90 ਹੋ ਗਿਆ, ਠੀਕ ਹੈ। ਮਤਲਬ ਕੰਟੀਨਿਊਸ ਜੇ ਦੇਖੀਏ ਤਾਂ 30 ਵਾਲੀ ਲਾਈਨ 'ਚ ਆ ਗਿਆ, 50 ਵਾਲੀ 'ਚ ਆ ਗਿਆ, 70 ਆ ਗਿਆ, 90 ਹੋ ਗਿਆ, ਤਾਂ ਕੰਟੀਨਿਊਸ ਇਨਕਰੀਜ਼ ਹੈ ਜਿਹੜਾ ਉਹ ਹੋ ਰਿਹਾ ਹੈਗਾ ਇਹਨਾਂ ਦੇ ਵਿੱਚ। ਹੁਣ ਇਹ ਇਨਕਰੀਜ਼ ਹੈ ਜਿਹੜਾ ਇਹ ਕਿਉਂ ਹੋਊਗਾ? ਇਹ ਹੋਊਗਾ ਵਨ ਡਰ ਵਾਲ ਫੋਰਸਿਸ ਦੇ ਕਰਕੇ। ਹੁਣ ਪਹਿਲੀ ਗੱਲ ਹਾਈਡਰੋਜਨ ਬੌਂਡਿੰਗ ਤਾਂ ਹੈਗੀ ਹੈ, ਹਾਈਡਰੋਜਨ ਬੌਂਡਿੰਗ ਹੈ ਜਿਹੜੀ, ਪਰ ਉਹ ਆਕਸੀਜਨ ਅਤੇ ਹਾਈਡਰੋਜਨ ਦੇ ਵਿੱਚ ਹੈ। ਹੋਰ ਜਿਹੜਾ ਬਾਕੀ ਦੀ ਸਾਰੀ ਐਲਕਾਈਲ ਚੇਨ ਪਈ ਆ ਉਹਦੇ ਵਿੱਚ ਹਾਈਡਰੋਜਨ ਬੌਂਡਿੰਗ ਨਹੀਂ ਹੁੰਦੀ, ਉੱਥੇ ਕਿਹੜੀ ਬੌਂਡਿੰਗ ਹੋਊਗੀ? ਵਨ ਡਰ ਵਾਲ ਫੋਰਸਿਸ। ਹੁਣ ਜਿੰਨੀਆਂ ਵੱਧ ਕਾਰਬਨ ਅਤੇ ਜਿੰਨੀਆਂ ਵੱਧ ਹਾਈਡਰੋਜਨ ਹੋਣਗੀਆਂ ਉਨੀ ਵਨ ਡਰ ਵਾਲ ਫੋਰਸਿਸ ਜ਼ਿਆਦਾ ਹੋਣਗੀਆਂ, ਠੀਕ ਹੈ। ਜਿੰਨੀਆਂ ਵੱਧ ਵਨ ਡਰ ਵਾਲ ਫੋਰਸਿਸ ਹੋਣਗੀਆਂ ਉਨਾ ਹੀ ਜਿਹੜਾ ਹੈ ਉਹ ਹਾਇਰ ਹੋਊਗਾ ਬੋਇਲਿੰਗ ਪੁਆਇੰਟ। ਅਤੇ ਜਿਵੇਂ ਜਿਵੇਂ ਕਾਰਬਨ ਹਾਈਡਰੋਜਨਾਂ ਵੱਧਦੀਆਂ ਨੇ, ਜਿਵੇਂ ਜਿਵੇਂ ਮੋਲੀਕੂਲਰ ਵੇਟ ਵੱਧਦਾ, ਉਵੇਂ ਉਵੇਂ ਜਿਹੜੀ ਬੋਇਲਿੰਗ ਪੁਆਇੰਟ ਹੈ ਉਹ
ਵਧੀ ਜਾਂਦਾ ਹੈਗਾ। ਠੀਕ ਹੈ, ਨੈਕਸਟ ਹੈ ਆਈਸੋਮੈਰਿਕ ਅਲਕੋਹਲਸ, ਮਤਲਬ ਇਹੋ ਜਿਹੇ ਅਲਕੋਹਲਸ ਜਿਹੜੇ ਆਈਸੋਮਰਸ ਹੋਣ ਇੱਕ ਦੂਸਰੇ ਦੇ, ਮਤਲਬ ਸੇਮ ਨੰਬਰ ਆਫ ਕਾਰਬਨ ਸੇਮ ਨੰਬਰ ਆਫ ਹਾਈਡਰੋਜਨਸ ਹੋਣ ਬਟ ਸਟਰਕਚਰ ਉਹਨਾਂ ਦਾ ਡਿਫਰੈਂਟ ਹੋਵੇ, ਚੇਨਸ ਦੀ ਲੈਂਥ ਦੀ ਅਲੱਗ ਬਣਦੀ ਹੋਵੇ ਜਾਂ ਫਿਰ ਬ੍ਰਾਂਚਿੰਗ ਵੱਧ ਹੁੰਦੀ ਹੋਵੇ। ਹੁਣ ਇਹਦੇ ਵਿੱਚ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਐਨ ਬਿਊਟੇਨੋਲ, ਆਈਸੋਬਿਊਟੇਨੋਲ, ਸੈਕੰਡਰੀ ਬਿਊਟੇਨੋਲ ਅਤੇ ਟਰਸ਼ਰੀ ਬਿਊਟੇਨੋਲ, ਜਦੋਂ ਇਹਨਾਂ ਨੂੰ ਕੰਪੇਅਰ ਕਰਦੇ ਹਾਂ ਆਪਾਂ ਤਾਂ ਕੀ ਦੇਖਦੇ ਹਾਂ, ਜਿਹੜਾ ਬੋਇਲਿੰਗ ਪੁਆਇੰਟ ਹੈ ਉਹ ਬ੍ਰਾਂਚਿੰਗ ਦੇ ਨਾਲ ਜਿਵੇਂ ਬ੍ਰਾਂਚਿੰਗ ਹੁੰਦੀ ਹੈ, ਠੀਕ ਹੈ, ਤਾਂ ਉਵੇਂ ਬੋਇਲਿੰਗ ਪੁਆਇੰਟ ਹੈ ਜਿਹੜਾ ਉਹ ਡਿਕਰੀਜ਼ ਹੁੰਦਾ। ਇਹ ਕਿਉਂ ਚੀਜ਼ ਹੁੰਦੀ ਹੈ? ਜਿਵੇਂ ਹੁਣ ਇਹਦੇ ਵਿੱਚ ਦੇਖੋ ਸਟ੍ਰੇਟ ਚੇਨ ਆ, ਬ੍ਰਾਂਚਿੰਗ ਹੈ ਨਹੀਂ ਸੀ, ਇੱਥੇ ਇੱਕ ਬ੍ਰਾਂਚ ਬਣ ਗਈ, ਇੱਥੇ ਸਟ੍ਰੇਟ ਚੇਨ ਆ ਪਰ ਬ੍ਰਾਂਚਿੰਗ ਕਾਹਦੀ ਹੋਈ OH ਦੀ, ਹੁਣ ਇੱਥੇ ਡਬਲ ਬ੍ਰਾਂਚਿੰਗ ਹੋ ਗਈ, ਇੱਧਰ ਵੀ ਬ੍ਰਾਂਚ ਇੱਧਰ ਵੀ ਬ੍ਰਾਂਚ ਆ ਸਟ੍ਰੇਟ ਚੇਨ ਦੇ ਵਿੱਚ। ਠੀਕ ਹੈ, ਜਿਵੇਂ ਬ੍ਰਾਂਚਿੰਗ ਹੋਊਗੀ ਉਵੇਂ ਜਿਹੜਾ ਬੋਇਲਿੰਗ ਪੁਆਇੰਟ ਹੈ ਉਹ ਘਟੂਗਾ। ਇਹਦਾ ਕੀ ਰੀਜ਼ਨ ਹੈ? ਇਹਦਾ ਰੀਜ਼ਨ ਇਹ ਹੈ ਵੀ ਸਰਫੇਸ ਏਰੀਆ ਜਿਹੜਾ ਹੈ ਉਹ ਘਟੀ ਜਾਂਦਾ ਬ੍ਰਾਂਚਿੰਗ ਹੋਣ ਦੇ ਨਾਲ। ਠੀਕ ਹੈ, ਇਹਨੂੰ ਤੁਸੀਂ ਇੱਦਾਂ ਸਮਝ ਸਕਦੇ ਹੋ ਵੀ ਪ੍ਰੈਕਟੀਕਲ ਤੁਸੀਂ ਘਰੇ ਵੀ ਕਰਕੇ ਦੇਖ ਸਕਦੇ ਹੋ। ਇੱਕ ਤਵਾ ਲਓ, ਆਪਾਂ ਰੋਟੀਆਂ ਬਣਾਉਂਦੇ ਹਾਂ ਜਿਹੜਾ, ਉਹਦੇ ਉੱਪਰ ਨਾ ਥੋੜ੍ਹਾ ਜਿਹਾ ਪਾਣੀ ਪਾਓ, ਪਹਿਲਾਂ ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਨੂੰ ਗੈਸ 'ਤੇ ਧਰ ਦਿਓ, ਉਹਨੂੰ ਦੇਖੋ ਵੀ ਕਿੰਨਾ ਟਾਈਮ ਲੱਗਦਾ ਇਵੈਪੋਰੇਟ ਹੋਣ ਨੂੰ। ਠੀਕ ਹੈ, ਉਸ ਤੋਂ ਬਾਅਦ ਉਸ ਤੋਂ ਥੋੜ੍ਹਾ ਜਿਹਾ ਵੱਧ ਪਾਣੀ ਉਹਦੇ ਵਿੱਚ ਪਾ ਕੇ ਧਰੋ, ਮਤਲਬ ਇਕੱਠਾ। ਠੀਕ ਹੈ, ਤਵੇ ਦੇ ਉੱਪਰ ਥੋੜ੍ਹਾ ਜਿਹਾ ਵੱਧ ਪਾਣੀ ਪਾਓ, ਉਹਨੂੰ ਧਰੋ ਗੈਸ ਦੇ ਉੱਪਰ, ਉਹਨੂੰ ਥੋੜ੍ਹਾ ਜਿਹਾ ਵੱਧ ਟਾਈਮ ਲੱਗੂਗਾ। ਜੇ ਹੋਰ ਜ਼ਿਆਦਾ ਪਾਣੀ ਪਾ ਦੋਗੇ ਫਿਰ ਥੋੜ੍ਹਾ ਜਿਹਾ ਹੋਰ ਵੱਧ ਟਾਈਮ ਲੱਗੂਗਾ। ਇਸ ਚੀਜ਼ ਮਤਲਬ ਜਿੰਨਾ ਸਰਫੇਸ ਏਰੀਆ ਵੱਧ ਹੋਊਗਾ ਜਾਂ ਕਹਿ ਲਓ ਜਿੰਨਾ ਵੋਲੀਅਮ ਵੱਧ ਹੋਊਗਾ ਉਹਦਾ, ਓਨਾ ਹੀ ਵੱਧ ਟਾਈਮ ਉਹਨੂੰ ਇਵੈਪੋਰੇਟ ਓਨਾ ਹੀ ਵੱਧ ਟਾਈਮ ਉਹਨੂੰ ਇਵੈਪੋਰੇਟ ਹੋਣ ਦੇ ਲਈ ਲੱਗੂਗਾ। ਅਤੇ ਜਿਵੇਂ ਬ੍ਰਾਂਚਿੰਗ ਹੁੰਦੀ ਆ ਉਵੇਂ ਸਰਫੇਸ ਏਰੀਆ ਜਿਹੜਾ ਹੈ ਘਟੀ ਜਾਂਦਾ। ਇਹਦਾ ਸਰਫੇਸ ਏਰੀਆ ਇੰਨਾ ਸੀਗਾ, ਇਹਦਾ ਥੋੜ੍ਹਾ ਜਿਹਾ ਘਟ ਗਿਆ। ਠੀਕ ਹੈ, ਇਹਦੇ ਵਿੱਚ ਸਟ੍ਰੇਟ ਲਾਈਨ ਦੇ ਵਿੱਚ 5 ਮੈਂਬਰ ਸੀ, ਇਹਦੇ ਵਿੱਚ 4 ਰਹਿ ਗਏ, ਇਹਦੇ ਵਿੱਚ ਵੀ 4 ਰਹਿ ਗਏ, ਇਹਦੇ ਵਿੱਚ ਸਿਰਫ 3 ਹੀ ਰਹਿ ਗਏ ਸਟ੍ਰੇਟ ਲਾਈਨ ਦੇ ਵਿੱਚ। ਅਤੇ ਸਰਫੇਸ ਏਰੀਆ ਜਿਹੜਾ ਹੈ ਉਹ ਘਟ ਗਿਆ। ਸਰਫੇਸ ਏਰੀਆ ਜਦੋਂ ਘਟਿਆ ਉਹਦਾ ਤਾਂ ਬੋਇਲਿੰਗ ਪੁਆਇੰਟ ਵੀ ਘਟ ਗਿਆ, ਸਿੰਪਲ ਜਿਹੀ ਚੀਜ਼ ਹੈ। ਠੀਕ ਹੈ, ਉਸ ਤੋਂ ਬਾਅਦ ਸੋਲੂਬਿਲਿਟੀ ਆ ਜਾਂਦੀ ਹੈ ਆਪਣੇ ਕੋਲ। ਸੋਲੂਬਿਲਿਟੀ ਹੈ ਜਿਹੜੀ, ਸੋਲੂਬਿਲਿਟੀ ਕੀ ਹੁੰਦੀ ਆ ਵੀ ਪਾਣੀ ਦੇ ਵਿੱਚ 100 ਗ੍ਰਾਮ ਪਾਣੀ ਹੈ ਆਪਣੇ ਕੋਲ, ਉਹਦੇ ਵਿੱਚ ਕਿੰਨੇ ਗ੍ਰਾਮ ਜਿਹੜਾ ਐਲਕੋਹਲ ਹੈ ਉਹ ਡਿਜ਼ੋਲਵ ਹੋਊਗਾ। ਇਹ ਚੀਜ਼ ਜਿਹੜੀ ਹੁੰਦੀ ਆ ਇਹ ਹੁੰਦੀ ਆਪਣੇ ਕੋਲ ਸੋਲੂਬਿਲਿਟੀ, ਮਤਲਬ 100 ਗ੍ਰਾਮ ਪਾਣੀ ਦੇ ਵਿੱਚ ਕਿੰਨੇ ਗ੍ਰਾਮ ਐਲਕੋਹਲ ਜਿਹੜਾ ਹੈ ਉਹ ਡਿਜ਼ੋਲਵ ਹੋਊਗਾ। ਹੁਣ ਡਿਜ਼ੋਲਵ ਹੋਣ ਦੇ ਲਈ ਕੀ ਹੋਣਾ ਚਾਹੀਦਾ? ਬੌਂਡਿੰਗ ਹੋਣੀ ਚਾਹੀਦੀ ਹੈ ਸੋਲਵੈਂਟ ਅਤੇ ਸਲਿਊਟ ਦੇ ਪਾਰਟੀਕਲਸ ਦੇ ਵਿੱਚ। ਹੁਣ ਆਪਾਂ ਜਦੋਂ ਧਿਆਨ ਨਾਲ ਦੇਖਾਂਗੇ ਵਾਟਰ ਦੇ ਵਿੱਚ ਵੀ OH ਹੁੰਦੀ ਹੈ, ਐਲਕੋਹਲਸ ਦੇ ਵਿੱਚ ਵੀ OH ਹੁੰਦੀ ਆ, ਦੋਨਾਂ ਦੀ ਈਜ਼ੀਲੀ ਹਾਈਡਰੋਜਨ ਬੌਂਡਿੰਗ ਹੋ ਜੂਗੀ ਤਾਂ ਈਜ਼ੀਲੀ ਡਿਜ਼ੋਲਵ ਹੋ ਜਾਣਗੇ ਇੱਕ ਦੂਸਰੇ ਦੇ ਵਿੱਚ। ਠੀਕ ਹੈ, ਹੁਣ ਦੇਖਣਾ ਇਹ ਹੈ ਵੀ ਸਾਈਜ਼ ਇਨਕਰੀਜ਼ ਹੋਣ ਦੇ ਨਾਲ ਜਿਹੜੀ ਇਹਦੀ ਸੋਲੂਬਿਲਿਟੀ ਹੈ ਉਹ 'ਤੇ ਕੀ ਅਸਰ ਪੈਂਦਾ। ਹੁਣ ਜਿਵੇਂ ਸਾਈਜ਼ ਇਨਕਰੀਜ਼ ਹੋਈ ਜਾਊਗਾ, ਠੀਕ ਹੈ, ਪੋਲੈਰਿਟੀ ਘਟੀ ਜਾਊਗੀ ਉਹਦੀ। ਇਹ ਚੀਜ਼ ਦਾ ਧਿਆਨ ਰੱਖਿਓ ਵੀ ਜਿੰਨੀ ਚੇਨ ਵੱਡੀ ਲੰਬੀ ਹੋਊਗੀ, ਚੇਨ ਹੈ ਜਿਹੜੀ ਉਹ ਨਾਨ ਪੋਲਰ ਹੈ। ਪੋਲਰ ਪਾਰਟ ਕਿਹੜਾ? ਆਕਸੀਜਨ ਅਤੇ ਹਾਈਡਰੋਜਨ ਵਾਲਾ। ਠੀਕ ਹੈ, ਤਾਂ ਪੋਲਰ ਪਾਰਟ ਸੇਮ ਰਹਿੰਦਾ ਪਰ ਨਾਨ ਪੋਲਰ ਪਾਰਟ ਹੈ ਜਿਹੜਾ ਉਹ ਇਨਕਰੀਜ਼ ਹੋਈ ਜਾ ਰਿਹਾ। ਤਾਂ ਓਵਰਆਲ ਜੇ ਦੇਖੀਏ ਤਾਂ ਪੋਲੈਰਿਟੀ ਡਿਕਰੀਜ਼ ਹੁੰਦੀ ਆ, ਨਾਨ ਪੋਲਰ ਪਾਰਟ ਜਦੋਂ ਵਧੀ ਜਾ ਰਿਹਾ ਤਾਂ ਪੋਲੈਰਿਟੀ ਓਵਰਆਲ ਡਿਕਰੀਜ਼ ਹੋ ਰਹੀ ਆ ਮੋਲੀਕਿਊਲ ਦੀ, ਜਿਵੇਂ ਉਹਦਾ ਮੋਲੀਕੂਲਰ ਵੇਟ ਇਨਕਰੀਜ਼ ਹੁੰਦਾ। ਜੇ ਪੋਲੈਰਿਟੀ ਘਟੂਗੀ, ਠੀਕ ਹੈ, ਤਾਂ ਉਹਦੀ ਸੋਲੂਬਿਲਿਟੀ ਵੀ ਘਟੂਗੀ। ਇਹੀ ਹੁੰਦਾ ਗਾ। ਠੀਕ ਹੈ, ਐਨ ਬਿਊਟਾਈਲ ਅਲਕੋਹਲ ਹੈ, ਉਹਦੀ ਸੋਲੂਬਿਲਿਟੀ 7.9 ਗ੍ਰਾਮ ਹੈ। ਠੀਕ ਹੈ, 100 ਗ੍ਰਾਮ ਦੇ ਵਿੱਚ 7.9 ਗ੍ਰਾਮ ਘੁਲਦਾ। ਐਨ ਪੈਂਟਾਈਲ ਹੈ ਜਿਹੜਾ ਉਹ 2.3 ਘੁਲਦਾ। ਐਨ ਹੈਕਸਾਈਲ 0.6 ਘੁਲਦਾ। ਐਨ ਹੈਪਟਾਈਲ ਹੈ ਜਿਹੜਾ 0.2 ਘੁਲਦਾ। ਇਹਦੇ ਵਿੱਚ 4 ਕਾਰਬਨ, 5 ਕਾਰਬਨ, 6 ਕਾਰਬਨ ਅਤੇ 7 ਕਾਰਬਨ। ਠੀਕ ਹੈ, ਹੁਣ ਦੂਸਰੀ ਚੀਜ਼ ਇਹ ਸੀਗਾ ਪਹਿਲਾ ਫੈਕਟਰ ਵੀ ਜਦੋਂ ਸਾਈਜ਼ ਇਨਕਰੀਜ਼ ਹੁੰਦਾ। ਦੂਸਰਾ ਫੈਕਟਰ ਜਦੋਂ ਆਪਣੇ ਕੋਲ ਜਿਹੜੀ ਬ੍ਰਾਂਚਿੰਗ ਹੈ ਉਹ ਜਿਵੇਂ ਇਨਕਰੀਜ਼ ਨੂੰ ਪਤਾ ਗਾ ਤਾਂ ਉਹਦੇ ਵਿੱਚ ਕੀ ਹੋਊਗਾ? ਸੋਲੂਬਿਲਿਟੀ ਹੈ ਜਿਹੜੀ, ਜਦੋਂ ਬ੍ਰਾਂਚਿੰਗ ਇਨਕਰੀਜ਼ ਹੋਊਗੀ ਤਾਂ ਉਹਦਾ ਸਰਫੇਸ ਏਰੀਆ ਘੱਟ ਜੂਗਾ, ਪਹਿਲੀ ਗੱਲ ਤਾਂ। ਠੀਕ ਹੈ, ਜਦੋਂ ਸਰਫੇਸ ਏਰੀਆ ਘੱਟ ਰਿਹਾ ਉਹਦੇ ਵਿੱਚ ਤਾਂ ਉਸ ਤੋਂ ਬਾਅਦ ਹੋਊਗਾ ਕਿ ਉਹਦੇ ਵਿੱਚ ਆਪਣੇ ਕੋਲ ਮਤਲਬ ਜਿਹੜੀ ਉਹਦੀ ਕਿਉਂਕਿ ਸਰਫੇਸ ਏਰੀਆ ਘੱਟ ਰਿਹਾ, ਠੀਕ ਹੈ, ਤਾਂ ਨਾਨ ਪੋਲਰ ਪਾਰਟ ਹੈ ਜਿਹੜਾ ਉਹਦਾ ਏਰੀਆ ਡਿਕਰੀਜ਼ ਹੋ ਰਿਹਾ, ਇਹਦਾ ਆਪਾਂ ਨੂੰ ਫਾਇਦਾ ਹੋਊਗਾ। ਠੀਕ ਹੈ, ਨਾਨ ਪੋਲਰ ਪਾਰਟ ਕਿੱਥੇ ਤਾਂ ਵੱਡਾ ਸੀ, ਨਾਨ ਪੋਲਰ ਪਾਰਟ ਹੌਲੀ ਘਟੀ ਜਾ ਰਿਹਾ। ਜੇ ਨਾਨ ਪੋਲਰ ਪਾਰਟ ਦਾ ਸਾਈਜ਼ ਹੌਲੀ ਘਟੀ ਜਾਊਗਾ ਤਾਂ ਪੋਲੈਰਿਟੀ ਹੈ ਜਿਹੜੀ ਉਹਦੀ ਆਲਮੋਸਟ ਉਹ ਜਿਹੜੀ ਪੋਲੈਰਿਟੀ ਹੈ ਉਹਦੀ ਕੰਟੀਨਿਊਸਲੀ ਵਧੀ ਜਾਊਗੀ। ਠੀਕ ਹੈ, ਕਿਉਂਕਿ ਪੋਲਰ ਪਾਰਟ ਸੇਮ ਰਹਿ ਰਿਹਾ, ਨਾਨ ਪੋਲਰ ਪਾਰਟ ਘੱਟ ਰਿਹਾ ਤਾਂ ਪੋਲੈਰਿਟੀ ਜਿਹੜੀ ਹੈ ਉਹ ਵਧੀ ਜਾਊ। ਜਿੰਨੀ ਪੋਲੈਰਿਟੀ ਵੱਧ ਹੋਊਗੀ ਉਹਨਾਂ ਡਿਜ਼ੋਲਵ ਜ਼ਿਆਦਾ ਹੋਊਗਾ। ਅਤੇ ਜਿਹੜਾ ਐਨ ਬਿਊਟਾਈਲ ਅਲਕੋਹਲ ਹੈ ਉਹ 7.9, ਆਈਸੋ ਬਿਊਟਾਈਲ 10, ਸੈਕੰਡਰੀ ਬਿਊਟਾਈਲ 12.5 ਅਤੇ ਜਿਹੜਾ ਟਰਸ਼ਰੀ ਬਿਊਟਾਈਲ ਹੈ ਉਹ 100 ਗ੍ਰਾਮ ਤੋਂ ਵੱਧ ਵੀ ਆਪਣੇ 100 ਗ੍ਰਾਮ ਪਾਣੀ ਦੇ ਵਿੱਚ ਘੁਲ ਜਾਂਦਾ ਹੈ। ਠੀਕ ਹੈ, ਇਹ ਜਿਹੜਾ ਹੈ ਟੈਂਪਰੇਚਰ 'ਤੇ ਡਿਪੈਂਡ ਕਰਦਾ। NTP ਦੇ ਉੱਪਰ 100 ਗ੍ਰਾਮ ਤੋਂ ਵੱਧ ਘੁਲਦਾ ਹੈ। ਠੀਕ ਹੈ, ਜੇ ਟੈਂਪਰੇਚਰ ਹੋਰ ਇਨਕਰੀਜ਼ ਕਰੀ ਜਾਵਾਂਗੇ ਤਾਂ ਸੋਲਿਬਿਲਿਟੀ ਜਿਹੜੀ ਉਹ ਵਧੀ ਜਾਊਗੀ। ਬਾਕੀ ਜਿਹੜਾ ਹੈ ਆਪਣਾ ਇੱਥੇ ਫਿਜ਼ੀਕਲ ਪ੍ਰੋਪਰਟੀਜ਼ ਖਤਮ ਹੋ ਗਈਆਂ। ਅਗਲੀ ਵੀਡੀਓ ਦੇ ਵਿੱਚ ਆਪਾਂ ਕੀ ਕਰਾਂਗੇ? ਕੈਮੀਕਲ ਪ੍ਰੋਪਰਟੀਜ਼ ਜਿਹੜੀਆਂ ਹੈ ਉਹ ਸਟਾਰਟ ਕਰਾਂਗੇ। ਠੀਕ ਹੈ, ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ। ਥੈਂਕ ਯੂ।